ਸਤਿ ਸ਼੍ਰੀ ਅਕਾਲ ਲੋਕਰਨ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਗੁਰਜਿੰਦਰ ਸਿੰਘ ਮੰਗੂ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ ਗੁਰਜਿੰਦਰ ਜੀ। ਦਰਸ਼ਕੋ ਜੋ ਅੱਜ ਦੀਆਂ ਮੁੱਖ ਖਬਰਾਂ ਨੇ, ਸਭ ਤੋਂ ਪਹਿਲੀ ਖਬਰ ਬੀਜੇਪੀ ਸਰਕਾਰ ਦੇ ਖਿਲਾਫ ਕਿਸਾਨੀ ਅੰਦੋਲਨ ਤੇਜ਼ ਹੈ। ਬੀਜੇਪੀ ਸਰਕਾਰ ਆਤਮ ਚਿੰਤਨ ਆਤਮ ਮੰਥਨ ਕਰਨ ਦੇ ਲਈ ਮਜਬੂਰ ਹੈ। 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ 2022 ਦੇ ਵਿੱਚ, ਜਿਹਨੂੰ ਲੈ ਕੇ ਬੀਜੇਪੀ ਸਰਕਾਰ ਅੱਜ ਮੀਟਿੰਗ ਕਰਨ ਜਾ ਰਹੀ ਹੈ। ਖੁਦ ਨਰਿੰਦਰ ਮੋਦੀ ਅਮਿਤ ਸ਼ਾਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ, ਜੋ 5 ਸੂਬੇ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀ ਉਹ ਰਣਨੀਤੀ ਘੜਨਗੇ ਕਿ ਅਸੀਂ ਲੋਕਾਂ ਦੇ ਵਿੱਚ ਕਿਵੇਂ ਜਾਈਏ। ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਵਿੱਚ ਤਾਂ ਬੀਜੇਪੀ ਦਾ ਵਿਰੋਧ ਹੈ। ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਨੇ, ਜਿਹਨੂੰ ਲੈ ਕੇ ਬੀਜੇਪੀ ਸਰਕਾਰ ਚਿੰਤਤ ਹੈ। ਦੂਜਾ, ਯੂਪੀ ਨੂੰ ਲੈ ਕੇ ਬੀਜੇਪੀ ਸਰਕਾਰ ਪਰੇਸ਼ਾਨ ਹੈ ਕਿ ਅਸੀਂ ਕਿਵੇਂ ਪੋਲੀਟੀਕਲ ਤੌਰ ਤੇ ਸਰਵਾਈਵ ਕਰੀ ਯੂਪੀ ਦੇ ਵਿੱਚ ਜਦੋਂ ਵਿਰੋਧ ਹੋ ਰਿਹਾ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਬਿਜਲੀ ਸਮਝੌਤੇ। ਪੰਜਾਬ ਦੀ ਸਿਆਸਤ ਬਿਜਲੀ ਸਮਝੌਤਿਆਂ ਦੇ ਇਰਦ ਗਿਰਦ ਘੁੰਮਦੀ ਸੀ। ਲਗਾਤਾਰ ਗੱਲ ਚੱਲਦੀ ਸੀ ਕਿ ਬਿਜਲੀ ਸਮਝੌਤੇ ਰੱਦ ਕੀਤੇ ਜਾਣ। ਹੁਣ ਪੰਜਾਬ ਸਰਕਾਰ ਦਾ ਜੋ ਫੈਸਲਾ ਸੀ, ਨੋਟਿਸ ਕੱਢੇ ਸੀ ਕਿ ਬਿਜਲੀ ਸਮਝੌਤੇ ਅਸੀਂ ਰੱਦ ਕਰਾਂਗੇ। ਜੋ ਟ੍ਰਿਬਿਊਨਲ ਬਣਿਆ ਹੋਇਆ ਵਿਚਕਾਰ, ਟ੍ਰਿਬਿਊਨਲ ਨੇ ਰੋਕ ਲਾ ਦਿੱਤੀ ਹੈ। ਜੋ ਨੋਟਿਸ ਕੱਢੇ ਗਏ ਸੀ ਉਹਨਾਂ ਨੋਟਿਸਾਂ ਤੇ ਰੋਕ ਲਾ ਦਿੱਤੀ ਹੈ ਕਿ ਜੋ ਬਿਜਲੀ ਸਮਝੌਤੇ ਪੰਜਾਬ ਸਰਕਾਰ ਰੱਦ ਕਰਨ ਨੂੰ ਕਹਿੰਦੀ ਹੈ, ਇਹ ਬਿਜਲੀ ਸਮਝੌਤੇ ਰੱਦ ਨਹੀਂ ਹੋਣਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਨੇ 4 ਸਾਲ ਭਾਵੇਂ ਪ੍ਰਧਾਨਗੀ ਦਾ ਮੁੜ ਤੋਂ ਸੰਭਾਲ ਲਿਆ ਹੈ, ਪਰ ਆਪਣੀ ਸਰਕਾਰ ਤੇ ਪ੍ਰੈਸ ਕਾਨਫਰੰਸ ਕਰਕੇ ਨਿਸ਼ਾਨੇ ਸਾਧੇ ਸੀ। ਉਸ ਤੋਂ ਬਾਅਦ ਏਪੀਐਸ ਦਿਓਲ ਏਜੀ ਤੇ ਵੀ ਉਹਨਾਂ ਨੇ ਸ਼ਬਦੀ ਹਮਲਾ ਕੀਤਾ ਸੀ। ਏਪੀਐਸ ਦਿਓਲ ਨੇ ਮੁੜ ਨਵਜੋਤ ਸਿੰਘ ਸਿੱਧੂ ਤੇ ਸ਼ਬਦੀ ਹਮਲਾ ਕੀਤਾ ਸੀ ਤੇ ਅੱਜ ਫਿਰ ਨਵਜੋਤ ਸਿੰਘ ਸਿੱਧੂ ਨੇ ਜਵਾਬ ਦਿੱਤਾ ਹੈ ਏਪੀਐਸ ਦਿਓਲ ਨੂੰ। ਉਸ ਮਸਲੇ ਤੇ ਵੀ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੀ ਜੋ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ, ਉਸ ਮਸਲੇ ਤੇ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਪਰਮਿੰਦਰ ਜੀ, ਇੱਥੋਂ ਮੁੱਖ ਖਬਰ ਤੇ ਵੱਡੀ ਖਬਰ, ਕਿਸਾਨੀ ਅੰਦੋਲਨ ਸਿਖਰ ਤੇ ਹੈ। ਬੀਜੇਪੀ ਸਰਕਾਰ ਆਤਮ ਚਿੰਤਨ ਮੰਥਨ ਕਰਨ ਜਾ ਰਹੀ ਹੈ। 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ। ਖਾਸ ਕਰਕੇ ਪੰਜਾਬ ਤੇ ਯੂਪੀ ਨੂੰ ਲੈ ਕੇ ਸਰਕਾਰ ਚਿੰਤਤ ਹੈ। ਇਸ ਮੀਟਿੰਗ ਦੇ ਵਿੱਚ ਭਾਰਤ ਸਰਕਾਰ, ਬੀਜੇਪੀ ਹਕੂਮਤ ਕੋਈ ਰਣਨੀਤੀ ਘੜ ਸਕਦੀ ਹੈ, ਅਸੀਂ ਲੋਕਾਂ ਦੇ ਵਿੱਚ ਕਿਵੇਂ ਜਾਈਏ। ਜੀ ਪਰਮਿੰਦਰ। ਗੁਰਜਿੰਦਰ ਜੀ, ਇਹ ਗੱਲ ਮੈਂ ਕਿਸਾਨਾਂ ਤੋਂ ਸ਼ੁਰੂ ਕਰਨਾ ਚਾਹੁੰਦਾ ਵੀ ਕਿਸਾਨ ਨੇ ਜਿਹੜੇ ਅੱਜ ਜਿੱਦਾਂ ਕਿਸਾਨ ਮਜ਼ਦੂਰ ਏਕਤਾ ਜਿਹੜੀ ਆਪਾਂ ਗੱਲ ਕਰਦੇ ਆ, ਜਨ ਅੰਦੋਲਨ ਜਿਹੜਾ ਚੱਲ ਰਿਹਾ ਹੈ, ਉਹਦਾ ਸਿੱਟਾ ਜਿਹੜਾ ਹੈਗਾ, ਇਹ ਜਿੱਦਾਂ ਪਹਿਲਾਂ ਚੋਣਾਂ 'ਚ ਜਿਹੜੀਆਂ ਰਾਜਸਥਾਨ, ਹਿਮਾਚਲ ਜਾਂ ਹਰਿਆਣਾ ਦੇ ਵਿੱਚ ਜਿਮਨੀ ਚੋਣ ਹੋਈ ਆ, ਉਹਨਾਂ ਤੋਂ ਮਿਲ ਗਿਆ ਹੈ। ਵੈਸੇ ਤਾਂ ਬੀਜੇਪੀ ਨੂੰ ਮੰਥਨ ਤਾਂ ਪਹਿਲਾਂ ਵੀ ਹੁੰਦੇ ਸੀਗੇ, ਪਰ ਉਹ ਮੰਥਨਾਂ ਦੇ ਵਿਚਾਰ ਇਹ ਮੰਥਨ ਦੇ ਵਿੱਚ ਬੜਾ ਫਰਕ ਹੋਊਗਾ। ਇਸ ਵਾਰ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਮੰਥਨ ਕੀਤਾ ਜਾ ਰਿਹਾ ਬੀਜੇਪੀ ਵੱਲੋਂ, ਉਹ ਬੀਜੇਪੀ ਵੱਲੋਂ ਏਦਾਂ ਨਹੀਂ ਹੈ ਕਿ ਚੋਣਾਂ ਆ ਗਈਆਂ ਤੇ ਹਰ ਵਾਰ ਦੀ ਤਰ੍ਹਾਂ ਕੋਈ ਰਣਨੀਤੀ ਬਣਾ ਲਈ ਜਾਊਗੀ ਹਲਕੇ 'ਚ ਲੈ ਕੇ ਵੀ ਚਲੋ ਕੋਈ ਗੱਲ ਨਹੀਂ, ਅੱਜ ਜਿਹੜੀਆਂ ਚੋਣਾਂ ਨੇ ਕਿਹਨਾਂ ਮੁੱਦਿਆਂ ਦੇ ਉੱਤੇ ਜਾਂ ਕਿਹਨਾਂ ਦੇ ਨਾਲ ਲੈ ਕੇ ਕਿਹਨਾਂ ਨਾਲ ਗੱਠਜੋੜ ਕਰਕੇ ਹੋਵੇ। ਹੁਣ ਹੋਊਗਾ ਕਿ ਬੀਜੇਪੀ ਜਿਹੜੀ ਹੈਗੀ ਆ, ਇੱਕ ਤਾਂ ਆਪਸ ਵਿੱਚ ਉਲਝੀ ਹੋਈ ਹੈ। ਤੁਸੀਂ ਦੇਖਿਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਬੀਜੇਪੀ ਦੇ ਜਿਹੜੇ ਆਲਾ ਆਗੂ ਨੇ, ਉਹਨਾਂ ਵੱਲੋਂ ਬੀਜੇਪੀ ਦੇ ਉੱਤੇ ਵੀ ਅਟੈਕ ਹੋਏ ਨੇ, ਭਾਵੇਂ ਦਬਵੀਵਾਦ 'ਚ ਹੋਏ ਨੇ ਤੇ ਭਾਵੇਂ ਕਹਿ ਲਓ ਕਿ ਖੁੱਲ ਕੇ ਬੋਲਿਆ ਕੋਈ, ਤਾਂ ਉਹਦੇ ਵਿੱਚ ਇਹੀ ਸੀਗਾ ਕਿ ਉਹ ਬੀਜੇਪੀ ਜਿਹੜੀ ਹੈਗੀ ਹੈ ਉਹ ਕਿਸਾਨਾਂ ਕਰਕੇ ਚਫੇਰਿਓਂ ਘਿਰੀ ਹੋਈ ਹੈ। ਵਿਰੋਧੀ ਧਿਰਾਂ ਤਾਂ ਘੇਰਦੀਆਂ ਸੀਗੀਆਂ ਕਿਉਂਕਿ ਰਾਜਨੀਤੀ ਹੈ ਇਹ, ਤੇ ਉਹਨਾਂ ਦੇ ਆਪਣੇ ਵੀ ਕਿਤੇ ਨਾ ਕਿਤੇ ਜਿਹੜੇ ਹੈਗੇ ਤੰਜ ਕੱਸ ਰਹੇ ਨੇ। ਬਹੁਤ ਸਾਰੇ ਲੋਕਾਂ ਨੇ ਬੀਜੇਪੀ ਛੱਡੀ ਵੀ ਹੈ। ਇਹ ਪਿੱਛੇ ਜੇ ਹੁਣ ਕੱਲ ਦੀ ਗੱਲ ਹੈ, ਜੋਏ ਬੈਨਰਜੀ ਜਿਹੜੇ ਹੈਗੇ ਨੇ, ਉਹ ਵੀ ਵੱਡਾ ਚਿਹਰਾ ਸੀ, ਅਦਾ ਕਰ ਰਹੇ ਹੈ ਤੇ ਜਿਹੜੀ ਰਾਸ਼ਟਰੀ ਉਹਨਾਂ ਦੀ ਕਮੇਟੀ ਹੈ ਉਹਦੇ ਮੈਂਬਰ ਵੀ ਰਹੇ ਆ, ਉਹਨਾਂ ਨੇ ਵੀ ਰਿਜ਼ਾਈਨ ਕੀਤਾ ਹੈਗਾ। ਤੇ ਚਾਹੇ ਉਹ ਕਾਰਨ ਕੋਈ ਵੀ ਨੇ, ਲੇਕਿਨ ਬੀਜੇਪੀ ਦੇ ਉੱਤੇ ਤਾਂ ਐਲੀਗੇਸ਼ਨ ਆ ਰਹੇ ਨੇ ਤੇ ਬਹੁਤ ਸਾਰੇ ਐਲੀਗੇਸ਼ਨ ਇਦਾਂ ਦੇ ਨੇ ਜਿਹੜੇ ਸਿਰਫ ਕਿਸਾਨੀ ਮੁੱਦੇ ਤੇ ਆ, ਕਾਨੂੰਨਾਂ ਦੇ ਮੁੱਦੇ ਤੇ ਨਹੀਂ, ਜਿਨ੍ਹਾਂ ਨੂੰ ਲੈ ਕੇ ਬੀਜੇਪੀ ਘਿਰੀ। ਔਰ ਇਹ ਮੰਥਨ ਜਿਹੜਾ ਹੋ ਰਿਹਾ, ਇਹ ਅੰਦੋਲਨ ਕਰਕੇ ਵਿਸ਼ੇਸ਼ ਮੰਥਨ ਕਿਹਾ ਜਾ ਸਕਦਾ। ਇਹਨੂੰ ਪੰਜਾਬ ਨੂੰ ਵੀ ਨਾਲ ਲਿਆ ਇਹਨਾਂ ਨੇ ਤੇ ਪੰਜਾਬ ਦੇ ਵਿੱਚ ਵੀ ਚੋਣਾਂ ਨੇ, ਤੇ ਇਹ ਮੰਥਨ ਜਿਹੜਾ ਹੋਏਗਾ, ਇਹ ਹੋਏਗਾ ਕਿ ਕਿਸਾਨਾਂ ਤੋਂ ਕਿਵੇਂ ਜਿਹੜਾ ਆਪਾਂ ਕਹਿ ਲਓ ਖਹਿੜਾ ਛਡਾਓ ਜਾਂ ਕਿਵੇਂ ਬਚਿਆ ਜਾਵੇ ਜਾਂ ਉਹਨਾਂ ਨੂੰ ਕਿਵੇਂ ਡੀਲ ਕੀਤਾ ਜਾਵੇ। ਇਹਦੇ ਉੱਤੇ ਜਿਹੜੀ ਗੱਲਬਾਤ ਹੋਏਗੀ ਉਹ ਇਹੀ ਹੋਏਗੀ ਕਿ ਬਾਕੀ ਰਾਜਾਂ ਦੇ ਵਿੱਚ, ਪੰਜਾਬ ਹਰਿਆਣਾ ਛੱਡੋ, ਹਿਮਾਚਲ ਛੱਡੋ, ਚਲੋ ਬਾਕੀ ਰਾਜਾਂ ਦੇ ਵਿੱਚ ਖਾਸ ਕਰ ਯੂਪੀ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਣ ਜਾ ਰਿਹਾ। ਤੇ ਉਹ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਜਿੱਦਾਂ ਕਿਹਾ ਜਾ ਰਿਹਾ ਕਿ ਬਹੁਤ ਦੂਰ ਨਹੀਂ ਹੈਗੀ ਮੰਜ਼ਿਲ, ਹੁਣ ਨੇੜੇ ਪਹੁੰਚ ਗਈ ਆ। ਕਿਸੇ ਟਾਈਮ ਇਹ ਵੀ ਹੋ ਸਕਦਾ ਕਿ ਮੋਦੀ ਕੀ ਪਤਾ ਹੁਣ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਨਾ ਕੋਈ ਫੈਸਲਾ ਲੈ ਲਵੇ। ਇਸ ਤਰ੍ਹਾਂ ਦੀ ਮੋਦੀ ਦੀ ਟੀਮ ਜਿਹੜੀ ਹੈਗੀ ਹੈ ਕਿ ਕਾਨੂੰਨ ਰੱਦ ਕਰ ਦੇਵੇ। ਇਹ ਕਿਆਸਰਾਈਆਂ ਤਾਂ ਜ਼ਰੂਰ ਨੇ, ਪਰ ਇਹਨਾਂ ਦੇ ਵਿੱਚ ਇਹ ਕਹਿ ਸਕਦੇ ਕਿ ਆਪਾਂ ਝੂਠ ਵੀ ਕੁਛ ਨਹੀਂ ਹੈ, ਲੈਣਾ ਤਾਂ ਪੈਣਾ। ਦਬਾਅ ਇੰਨਾ ਵਧਿਆ ਹੋਇਆ
ਕਿ ਹੁਣ ਮੰਥਨਾਂ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋ ਗਿਆ, ਪਰ ਉਹ ਮੰਥਨ ਆਪਾਂ ਬਾਰ-ਬਾਰ ਇਹ ਗੱਲ ਮੈਂ ਤਾਂ ਕਰ ਰਿਹਾ ਕਿ ਜਾਣਕਾਰੀ ਲਈ ਕਰ ਰਿਹਾ ਕਿ ਉਹ ਕਿਸਾਨੀ ਅੰਦੋਲਨ ਕਰਕੇ ਆ। ਉਹਦਾ ਸਿੱਟਾ ਜਿਹੜਾ ਹੈਗਾ ਇਹਨਾਂ ਨੂੰ ਦੇਖਣਾ ਪਿਆ। ਹਾਲਾਂਕਿ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਇਹਨਾਂ ਚੋਣਾਂ ਨੂੰ ਆਮ ਜਿਹਾ ਲੈ ਕੇ ਬੀਜੇਪੀ ਨੇ ਕਿ ਵੱਡੀਆਂ ਚੋਣਾਂ ਨੇ ਉੱਥੇ ਹੈਕਰ ਬੁਲਾ ਕੇ, ਮਸ਼ੀਨਾਂ ਹੈਕ ਕਰਕੇ ਜਿੱਤ ਦਰਜ ਕਰ ਲਾਂਗੇ, ਤਾਂ ਕਿ ਜਿਹੜੀਆਂ ਆਹ ਚੋਣਾਂ ਨੇ ਉਹਨਾਂ ਦਾ ਸਹਾਰਾ ਲੈ ਕੇ ਕਿਹਾ ਜਾਵੇ ਕਿ ਉਹ ਚੋਣਾਂ ਹਾਰੀ ਆ, ਉੱਥੇ ਵੀ ਤਾਂ ਕਰ ਸਕਦੇ ਸੀਗੇ। ਕਰਨ ਨੂੰ ਤਾਂ ਕੁਛ ਵੀ ਕਰ ਸਕਦੇ ਆ। ਜੇ ਕਰ ਸਕਦੇ ਹੁੰਦੇ ਏਦਾਂ ਤਾਂ ਇਹਨਾਂ ਚੋਣਾਂ ਦੇ ਵਿੱਚ ਕਿਉਂ ਨਹੀਂ ਕੀਤਾ ਹੈਗਾ? ਇਹ ਸਾਰਾ ਕੁਝ ਜਿਹੜਾ ਹੈਗਾ ਉਹ ਇਸ ਵਾਰ ਬੀਜੇਪੀ ਨੂੰ ਜਵਾਬ ਤਾਂ ਦੇਣਾ ਪਏਗਾ ਨਾ, ਤੇ ਉਸ ਜਵਾਬ ਨੂੰ ਲੱਭਣ ਦੇ ਲਈ, ਉਸ ਜਵਾਬ ਦੇ ਲਈ, ਲੋਕਾਂ ਦੇ ਵਿੱਚ ਜਾਣ ਦੇ ਲਈ, ਕਿਸਾਨੀ ਅੰਦੋਲਨ ਦਾ ਜਵਾਬ ਦੇਣ ਦੇ ਲਈ, ਜਾਂ ਕਹਿ ਲਓ ਕਿ ਕਿਸਾਨੀ ਅੰਦੋਲਨ ਨੂੰ ਕਿਵੇਂ ਹਟਾਇਆ ਜਾਵੇ ਉੱਥੋਂ ਦਿੱਲੀ ਤੋਂ, ਜਾਂ ਉਹਦਾ ਪ੍ਰਭਾਵ ਕਿਵੇਂ ਘਟਾਇਆ ਜਾ ਸਕਦਾ ਹੈ, ਕਿਹੜੇ-ਕਿਹੜੇ ਵਾਅਦੇ, ਕਿਹੜੇ-ਕਿਹੜੇ ਚੋਣ ਸਟੰਟ, ਚੋਣ ਮੁੱਦੇ ਲੈ ਕੇ ਅੱਗੇ ਆਇਆ ਜਾਵੇ, ਉਹਨਾਂ ਸਾਰਿਆਂ ਦੇ ਉੱਤੇ ਮੰਥਨ ਤਾਂ ਹੋ ਰਿਹਾ, ਲੇਕਿਨ ਕਿਸਾਨੀ ਅੰਦੋਲਨ ਕਰਕੇ ਵਿਸ਼ੇਸ਼ ਮੰਥਨ ਕਿਹਾ ਜਾਊਗਾ ਇਹਨੂੰ, ਤਾਂ ਕਿ ਪੰਜਾਬ ਸਣੇ ਹੋਰਨਾਂ ਰਾਜਾਂ ਦੇ ਵਿੱਚ ਜਿਹੜਾ ਇਹਨਾਂ ਦਾ ਹਸ਼ਰ ਹੋ ਰਿਹਾ ਜਾਂ ਹੋਇਆ ਕਿਸਾਨੀ ਅੰਦੋਲਨ ਕਰਕੇ, ਉਹਨੂੰ ਘਟਾਇਆ ਜਾ ਸਕੇ। ਜਿਵੇਂ ਪੀਕੇ ਨੇ ਕਿਹਾ ਸੀ ਕਿ ਮੋਦੀ ਮਜ਼ਬੂਤ ਹੋਇਆ, ਬੀਜੇਪੀ ਮਜ਼ਬੂਤ ਹੋਈ ਹੈ, ਤਾਂ ਮਜ਼ਬੂਤੀ ਉਹ ਇਸ ਤਰ੍ਹਾਂ ਦੇ ਬਿਆਨ ਦੁਆਏ ਵੀ ਜਾ ਸਕਦੇ ਆ, ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਹੈਗਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਇੱਕ ਇਸ ਤਰ੍ਹਾਂ ਦਾ ਮੈਸੇਜ ਜਾਵੇ ਕਿ ਲੋਕ ਬੀਜੇਪੀ ਨਾਲ ਜੁੜਨ। ਤਾਂ ਜਿਹੜਾ ਬੀਜੇਪੀ ਦਾ ਗ੍ਰਾਫ ਘਟਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਘਟੂਗਾ, ਜਿਹੜਾ ਉਹ ਤੋਂ ਬਚਾਅ ਹੋ ਸਕੇ। ਕੱਲਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸਾਨਾਂ ਦਾ ਗਲਾ ਘੁੱਟਿਆ, ਆਮ ਵਰਗ ਸਾਰਾ ਦੁਖੀ ਹੈ ਬੀਜੇਪੀ ਤੋਂ। ਕਿਸਾਨੀ ਨਾਲ ਜੁੜਿਆ ਹੋਇਆ ਹਰ ਇੱਕ ਬੰਦਾ ਆ, ਅੰਨ ਤਾਂ ਹਰ ਇੱਕ ਨੇ ਖਾਣਾ ਹੀ ਆ। ਉਸ ਕਰਕੇ ਜਿਹੜਾ ਹੈਗਾ ਮੰਥਨ ਜ਼ਰੂਰੀ ਹੋ ਜਾਂਦਾ। ਇਹਦੇ ਵਿੱਚ ਪੰਜਾਬ ਦੀ ਟੀਮ ਵੀ ਜਾ ਰਹੀ ਹੈ, ਬੀਜੇਪੀ ਇਕਾਈ ਦੇ ਬੰਦੇ ਜਾ ਰਹੇ ਨੇ ਉਹਦੇ ਵਿੱਚ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਬੀਜੇਪੀ ਪੰਜਾਬ ਦੀ ਕਿਸ ਤਰ੍ਹਾਂ ਰਣਨੀਤੀ ਘੜਦੀ ਹੈ, ਹਰਿਆਣੇ ਲਈ ਕਿਸ ਤਰ੍ਹਾਂ ਘੜਦੀ ਹੈ, ਇਹ ਨਸ਼ਰ ਹੋ ਹੀ ਜਾਣਾ ਹੈ ਗੁਰਜਿੰਦਰ ਜੀ। ਹਾਂ ਬਿਲਕੁਲ ਪਰਮਿੰਦਰ ਜੀ, ਨਸ਼ਰ ਹੋ ਹੀ ਜਾਣਾ ਕਿ ਕਿਵੇਂ ਸਰਕਾਰ ਕੰਮ ਕਰੂਗੀ, ਕਿਹੜੀ ਨੀਤੀ ਘੜ ਕੇ ਲੋਕਾਂ 'ਚ ਜਾਊਗੀ। ਪਰਮਿੰਦਰ ਜੀ, ਅਸੀਂ ਲੋਕ ਰਣ ਤੇ ਕਾਫੀ ਵਾਰ ਗੱਲਬਾਤ ਕਰ ਚੁੱਕੇ ਹਾਂ ਬਿਜਲੀ ਸਮਝੌਤਿਆਂ ਦੇ ਉੱਤੇ। ਹਾਲਾਂਕਿ ਇੱਕ ਪ੍ਰੋਗਰਾਮ ਦੇ ਵਿੱਚ ਤੁਸੀਂ ਡਿਸਕਸ ਕਰਦੇ ਹੋਏ ਕਿਹਾ ਸੀ ਕਿ ਇੰਨਾ ਸੌਖਾ ਨਹੀਂ ਕਿ ਬਿਜਲੀ ਸਮਝੌਤੇ ਇਹ ਰੱਦ ਕੀਤੇ ਜਾਣ। ਤੁਹਾਡੀ ਗੱਲ ਬਿਲਕੁਲ ਸੱਚ ਸਾਬਤ ਹੋਈ। ਟ੍ਰਿਬਿਊਨਲ ਨੇ ਰੋਕ ਲਾਤੀ, ਜੋ ਨੋਟਿਸ ਪੰਜਾਬ ਸਰਕਾਰ ਨੇ ਕੱਢੇ ਸੀ ਕੰਪਨੀਆਂ ਨੂੰ ਬਿਜਲੀ ਸਮਝੌਤੇ ਰੱਦ ਕਰਨ ਦੇ ਲਈ, ਉਹਨਾਂ ਨੋਟਿਸਾਂ ਦੇ ਉੱਤੇ ਟ੍ਰਿਬਿਊਨਲ ਨੇ ਰੋਕ ਲਾ ਦਿੱਤੀ ਤੇ ਨਾਲ ਕਿਹਾ ਕਿ ਇਹ ਬਿਜਲੀ ਸਮਝੌਤੇ ਰੱਦ ਨਹੀਂ ਹੋ ਸਕਣਗੇ। ਜੀ ਪਰਮਿੰਦਰ ਜੀ। ਜਿਹੜਾ ਟ੍ਰਿਬਿਊਨਲ ਹੈਗਾ ਉਹਨੇ ਤਾਂ ਰੋਕ ਲਾਉਣੀ ਹੀ ਸੀਗੀ। ਮੈਂ ਪਹਿਲਾਂ ਇਹ ਆਪਾਂ ਗੱਲ ਕੀਤੀ ਸੀ ਗੁਰਜਿੰਦਰ ਜੀ ਕਿ ਜਦੋਂ ਕਿਤੇ ਸਮਝੌਤਾ ਕੋਈ ਹੁੰਦਾ ਹੈ ਉਹ ਏਦਾਂ ਨਹੀਂ ਹੁੰਦਾ। ਇਹ ਛੋਟੇ ਬਿਜ਼ਨਸ ਥੋੜੀ ਹੁੰਦੇ ਨੇ। ਜੇ ਕੋਈ ਦੁਕਾਨਦਾਰੀ ਜਾਂ ਕੋਈ ਹਲਕੀ ਫੁਲਕੀ ਚੀਜ਼ ਖਰੀਦ ਕੇ ਚਲੋ ਥੋੜਾ ਬਹੁਤਾ ਪੈਸਾ ਲੱਗਿਆ ਜਾਂ ਕੋਈ ਘਾਟਾ ਨਹੀਂ ਪੈਣਾ, ਜਾਂ ਥੋੜੇ ਸਮੇਂ ਦਾ ਬਿਜ਼ਨਸ ਹੈ, ਸ਼ਾਰਟ ਟਰਮ ਦਾ ਕਹਿ ਲਓ, ਕੋਈ ਏਦਾਂ ਦਾ ਆਪਾਂ ਕਹਿ ਲਓ ਏਦਾਂ ਦਾ ਕੰਟਰੈਕਟ ਹੋਇਆ, ਇਹ ਉਹ ਥੋੜੀ ਨੇ ਇਹ ਚੀਜ਼ਾਂ। ਇਹ ਉਹਨਾਂ ਕੰਪਨੀਆਂ ਦੇ ਨਾਲ ਸਮਝੌਤੇ ਨੇ ਜਿਹੜੇ ਕਿਸੇ ਨੂੰ ਇੱਕ ਪੈਸੇ ਦੀ ਚੀਜ਼ ਫ੍ਰੀ ਨਹੀਂ ਦਿੰਦੇ। ਇੱਕ ਪੈਸੇ ਰੁਪਈਏ ਦੀ ਨਹੀਂ ਗੱਲ ਕਰਦਾ, ਇੱਕ ਪੈਸੇ ਦੀ ਚੀਜ਼ ਨਹੀਂ ਫ੍ਰੀ ਦਿੰਦੇ ਇਹ। ਉਹਨਾਂ ਕੰਪਨੀਆਂ ਨਾਲ ਸਮਝੌਤੇ ਨੇ, ਔਰ ਇਹ ਕਿਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਨੇ ਕਹਿ ਵੀ ਦਿੱਤਾ ਸੀ ਕਿ ਇਸ ਛੇਤੀ ਸੌਖੇ ਨਹੀਂ ਸਮਝੌਤੇ ਰੱਦ ਕਰਨੇ। ਤਾਂ ਹੁਣ ਵੀ ਪਿੱਛੇ ਜੇ ਬਿਆਨ ਆਇਆ ਸੀਗਾ, ਸਮਝੌਤੇ ਇੰਨੀ ਛੇਤੀ ਰੱਦ ਨਹੀਂ ਹੁੰਦੇ। ਇਹ ਵੱਡੇ ਲੀਗਲ ਇਹਨਾਂ ਕੋਲ ਟੀਮਾਂ ਹੁੰਦੀਆਂ ਨੇ, ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ, ਇਹਨਾਂ ਕੋਲ ਵੱਡੀਆਂ ਟੀਮਾਂ ਨੇ, ਵੱਡੇ ਲੀਗਲ ਟੀਮਾਂ ਜਿਹੜੀਆਂ ਇਹੀ ਕੰਮ ਕਰਦੀਆਂ ਨੇ। ਕੱਲ ਨੂੰ ਕੋਈ ਹੋਰ ਸਰਕਾਰ ਆ ਕੇ ਕੋਈ ਏਦਾਂ ਦਾ ਦਬਾਅ ਬਣਾ ਸਕੇ ਕੰਪਨੀ ਦੇ ਉੱਤੇ ਕਿ ਇਹਨਾਂ ਨੂੰ ਪਿੱਛੇ ਬੈਕਫੁੱਟ ਤੇ ਜਾਣਾ ਪਵੇ, ਔਰ ਹਜ਼ਾਰਾਂ ਕਰੋੜਾਂ ਰੁਪਏ ਦਾ ਜਿਹੜਾ ਹੈਗਾ ਨੁਕਸਾਨ ਹੁੰਦਾ ਹੈ, ਅੱਗੇ ਬਿਜ਼ਨਸ ਠੱਪ ਹੋ ਜਾਂਦੇ ਨੇ। ਇਹ ਲੌਂਗ ਰਨ ਦੇ ਵਿੱਚ ਹੋਏ ਬਿਜ਼ਨਸ ਨੇ, ਲੌਂਗ ਰਨ ਲਈ ਹੋਏ ਬਿਜ਼ਨਸ ਨੇ। ਏਦਾਂ ਨਹੀਂ ਹੈ ਕਿ 2-4 ਮਹੀਨੇ 2-4 ਸਾਲਾਂ ਲਈ ਇਹਨਾਂ ਨੇ ਕਰਕੇ ਤੇ ਕੰਮ ਖਤਮ ਹੋਇਆ ਤੇ ਦੂਜੀ ਸਰਕਾਰ ਆਵੇ ਤੇ ਨਾਲ ਸਮਝੌਤੇ ਰੱਦ ਹੋ। ਇਹ ਤਾਂ ਵੈਸੇ ਹੀ ਨਵਜੋਤ ਸਿੰਘ ਸਿੱਧੂ ਵਰਗੇ ਜਿਹੜੇ ਹੈਗੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਫਿਰਦੇ ਨੇ। ਏਦਾਂ ਇਹ ਕਿਵੇਂ ਹੋ ਸਕਦਾ? ਏਡੀ ਵੱਡੀ ਕੰਪਨੀ, ਐਡੀ ਵੱਡੀ ਇਨਵੈਸਟਮੈਂਟ ਹੋਵੇ ਔਰ ਬਿਨਾਂ ਸੋਚੇ ਸਮਝੇ ਇਸ ਤਰ੍ਹਾਂ ਦੇ ਸਮਝੌਤੇ ਕਰਕੇ ਆਪਣਾ ਬਿਜ਼ਨਸ ਸਥਾਪਿਤ ਕਰ ਲਵੇ। ਐ ਥੋੜੀ ਹੁੰਦਾ। ਐ ਤਾਂ ਫਿਰ ਕੋਈ ਵੀ ਸਟੇਟ ਹੈ, ਉਹ ਜਦੋਂ ਕਿਤੇ ਕੋਈ ਕੰਪਨੀ ਉੱਥੇ ਆਪਣਾ ਪ੍ਰੋਜੈਕਟ ਲਾਉਂਦੀ ਹੈ ਤਾਂ ਦੂਜੀ ਸਰਕਾਰ ਆ ਕੇ ਉਹਨੂੰ ਚੱਕ ਕੇ ਬਾਹਰ ਮਾਰੇ। ਏਦਾਂ ਨਹੀਂ ਹੋ ਸਕਦਾ। ਇਹ ਸਿਰਫ ਐਂ ਕਹਿ ਲਓ ਚੋਣ ਸਟੰਟ ਨੇ ਕਿ ਬਿਜਲੀ ਸਮਝੌਤੇ ਰੱਦ ਕਰ ਦਿਓ ਜੀ ਫਲਾਣਾ।
ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਲੋਕਾਂ ਨੂੰ ਏਦਾਂ ਦਾ ਦਬਾਅ ਬਣਾਉਣਾ ਚਾਹੀਦਾ ਹੈ ਕਾਂਗਰਸ ਦੇ ਉੱਤੇ ਕਿ ਭਾਈ ਤੁਸੀਂ ਜਿਹੜਾ ਹੈ ਇਹ ਗੱਲ ਕਰੋ ਕਿ ਇਹਨਾਂ ਤੋਂ 24 ਘੰਟੇ ਬਿਜਲੀ ਕਿਵੇਂ ਲੋਕਾਂ ਨੂੰ ਮਿਲੇ ਔਰ ਬਿਜਲੀ ਸਸਤੀ ਕਿਵੇਂ ਹੋ ਗਈ। ਗੱਲ ਇਹ ਕਰਨ ਜੋਗੀ ਹੈ ਔਰ ਉਹਦਾ ਜਿਹੜਾ ਬੋਝ ਹੈ, ਬਜਟ ਹੈ ਜਿਹੜਾ ਇਸ ਤਰ੍ਹਾਂ ਮੇਨਟੇਨ ਕਰਿਆ ਜਾਵੇ ਕਿ ਲੋਕਾਂ ਦੇ ਉੱਤੇ ਜਿਹੜਾ ਬੋਝ ਨਾ ਪਵੇ। ਉਹ ਭਾਵੇਂ ਸਿੱਧੇ ਤਰੀਕੇ ਆ, ਭਾਵੇਂ ਕੰਨ ਦੂਜੇ ਪਾਸੇ ਨੂੰ ਫੜਨਾ, ਟੇਢੇ ਤਰੀਕੇ ਕਹਿ ਲਓ। ਲੋਕਾਂ ਦੀ ਜੇਬ ਚੋਂ ਪੈਸਾ ਕੱਢ ਕੇ ਉਹਨਾਂ ਕੰਪਨੀਆਂ ਨੂੰ ਦੇਣਾ, ਉਹਨਾਂ ਦੇ ਵਿੱਚ ਸੁਧਾਰਾਂ ਦੀ ਲੋੜ ਹੁੰਦੀ ਹੈ। ਉਹ ਸੁਧਾਰ ਕਰਨੇ ਚਾਹੀਦੇ ਨੇ, ਨਾ ਕਿ ਜਿਹੜਾ ਕੰਮ ਹੋ ਹੀ ਨਹੀਂ ਸਕਦਾ ਉਹਦੇ ਤੇ ਪੈਸਾ ਖਰਚੀ ਜਾਓ, ਉਹਦੇ ਤੇ ਟਾਈਮ ਵੇਸਟ ਕਰੀ ਜਾਓ, ਉਹਦਾ ਕੋਈ ਫਾਇਦਾ ਨਹੀਂ, ਉਹਦਾ ਲੋਕਾਂ ਨੂੰ ਨੁਕਸਾਨ ਆ। ਹੁਣ ਟ੍ਰਿਬਿਊਨਲ ਨੇ ਕਹਿਤਾ ਕਿ ਨਹੀਂ ਹੋਣੇ, ਹੁਣ ਕੀ ਰਾਹ ਹੈ ਸਰਕਾਰ ਕੋਲ? ਇਹਦਾ ਪਤਾ ਹੀ ਸੀਗਾ, ਕੋਰਟ ਵੀ ਹੈਗੀ ਆ ਹਲੇ ਤਾਂ, ਕੰਪਨੀਆਂ ਕੋਲ ਤਾਂ, ਕੰਪਨੀਆਂ ਤਾਂ ਕੋਰਟ 'ਚ ਵੀ ਜਾਣਗੀਆਂ। ਤੋ ਕਹਿਣ ਦਾ ਭਾਵ ਇਹੀ ਹੈ ਕਿ ਜਵਾਬ ਕੋਈ ਨਹੀਂ ਹੈਗਾ। ਇਹ ਏਦਾਂ ਦਾ ਇਹ ਤਾਂ ਪਤਾ ਹੀ ਸੀ ਕਿ ਇਸ ਤਰ੍ਹਾਂ ਦੀ ਸਥਿਤੀ ਆਊਗੀ ਔਰ ਇਸ ਤਰ੍ਹਾਂ ਦੀ ਸਥਿਤੀ ਨੂੰ ਫੇਸ ਕਰਨਾ ਪਊਗਾ ਸਰਕਾਰ ਨੂੰ। ਜੀ ਜੀ ਬਿਲਕੁਲ ਪਰਮਿੰਦਰ ਜੀ, ਤੁਸੀਂ ਪਹਿਲਾਂ ਵੀ ਕਈ ਪ੍ਰੋਗਰਾਮਾਂ 'ਚ ਇਹ ਗੱਲ ਡਿਸਕਸ ਕਰ ਚੁੱਕੇ ਹੋ ਕਿ ਇੰਨਾ ਸੌਖਾ ਨਹੀਂ ਹੈਗਾ ਬਿਜਲੀ ਸਮਝੌਤੇ ਰੱਦ ਕਰਨਾ। ਪੰਜਾਬ ਸਰਕਾਰ ਨੂੰ ਝਟਕਾ ਤਾਂ ਲੱਗਿਆ ਕਿਉਂਕਿ ਲੋਕਾਂ 'ਚ ਜਾਣਾ ਤਾਂ ਔਖਾ। ਪੰਜਾਬ ਸਰਕਾਰ ਨੂੰ ਝਟਕਾ, ਮੌਜੂਦਾ ਸਰਕਾਰ ਨੂੰ, ਚੰਨੀ ਸਰਕਾਰ ਨੂੰ ਝਟਕਾ ਨਵਜੋਤ ਸਿੰਘ ਸਿੱਧੂ ਵੀ ਦੇਈ ਜਾਂਦੇ ਨੇ। ਚਾਰਜ ਉਹਨਾਂ ਨੇ ਪਰਮਿੰਦਰ ਜੀ ਆਪਣਾ ਵਾਪਸ ਲਿਆ, ਪ੍ਰੈਸ ਕਾਨਫਰੰਸ ਕੀਤੀ ਤੇ ਜੋ ਹਮਲੇ ਕੀਤੇ ਸਰਕਾਰ ਤੇ ਉਹ ਸਾਡੇ ਸਾਹਮਣੇ ਨੇ। ਉਸ ਤੋਂ ਬਾਅਦ APS ਜੌਲ ਜੋ AG ਨੇ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਇੱਕ ਹਮਲਾ ਕੀਤਾ, ਸ਼ਬਦੀ ਹਮਲਾ ਕੀਤਾ ਕਿ ਨਵਜੋਤ ਸਿੰਘ ਸਿੱਧੂ ਗਲਤ ਜਾਣਕਾਰੀ ਫੈਲਾ ਰਹੇ ਨੇ, ਜੋ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਏਦਾਂ ਦੀ ਕੋਈ ਗੱਲਬਾਤ ਨਹੀਂ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅੱਜ ਜਵਾਬ ਦਿੱਤਾ APS ਜੌਲ ਨੂੰ। ਉਹਨਾਂ ਦਾ ਕਹਿਣਾ ਕਿ ਗਲਤ ਜਾਣਕਾਰੀ ਮੈਂ ਨਹੀਂ ਫੈਲਾ ਰਿਹਾ, ਤੁਸੀਂ ਦੱਸੋ ਤੁਸੀਂ ਕਿਹੜੀ ਧਿਰ ਦੀ ਹਮਾਇਤ ਕਰ ਰਹੇ ਹੋ, ਤੁਸੀਂ ਕਿਹੜੀ ਧਿਰ ਦਾ ਬਚਾਅ ਕਰ ਰਹੇ ਹੋ। ਨਵਜੋਤ ਸਿੰਘ ਸਿੱਧੂ ਨੇ APS ਜੌਲ ਤੇ ਹਮਲਾ ਕੀਤਾ। ਤੁਸੀਂ ਕੀ ਦੇਖਦੇ ਹੋ ਕਿ ਇੱਕ ਪ੍ਰਸ਼ਾਸਨਿਕ ਅਧਿਕਾਰੀ ਤੇ ਇੱਕ ਪੰਜਾਬ ਕਾਂਗਰਸ ਪ੍ਰਦੇਸ਼ ਦਾ, ਪੰਜਾਬ ਦਾ ਪ੍ਰਧਾਨ, ਕਿਵੇਂ ਪ੍ਰਸ਼ਾਸਨ ਦੀ ਤੇ ਪ੍ਰਧਾਨ ਦੀ ਆਪਸੀ ਜੋ ਟੱਕਰ ਹੈ ਤੇ ਆਪਸੀ ਇਹਨਾਂ ਦੀ ਜੋ ਬਿਆਨਬਾਜ਼ੀ ਹੈ ਪਰਮਿੰਦਰ? ਦੇਖੋ, ਇਹਦੇ ਵਿੱਚ ਆਪਾਂ ਇੱਕ ਗੱਲ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਹੈ, ਉਹ ਹੁਣ ਜਿਵੇਂ ਬੇਲਗਾਮ ਨਹੀਂ ਹੋਇਆ ਹੁੰਦਾ ਬੰਦਾ, ਵੀ ਕਿਧਰੇ ਪਾਸੇ ਨੂੰ ਕੋਈ ਛਾਲਾਂ ਮਾਰਨੀਆਂ, ਕਦੇ ਕਿਧਰੇ ਪਾਸੇ ਨੂੰ ਮਾਰੀ ਟਪੂਸੀਆਂ ਮਾਰੀ ਜਾਣੀਆਂ, ਜਿਵੇਂ ਉਦਾਂ ਦੀਆਂ ਹਰਕਤਾਂ ਜਿਹੜੀਆਂ ਕਰ ਰਹੇ ਨੇ। ਉਹ ਪੰਜਾਬ ਦੇ ਮਸਲਿਆਂ ਦੀ ਗੱਲ, ਪੰਜਾਬ ਦੇ ਮਸਲਿਆਂ ਦੇ ਹੱਲ ਦੇ ਲਈ ਉਹ ਪਹਿਲਾਂ ਦਮਗਜੇ ਮਾਰਦੇ ਸੀ, ਦਾਅਵੇ ਠੋਕਦੇ ਸੀਗੇ। ਅੱਜ ਹੁਣ ਆਪ ਉਹਨਾਂ ਦੇ ਵਿੱਚ ਹੀ ਉਲਝ ਕੇ ਬਹਿ ਗਏ। ਜਿਹੜੀ ਇਕਬਾਲਪ੍ਰੀਤ ਸਿੰਘ ਸਹੋਤਾ ਹੈ, ਉਹਨਾਂ ਨੂੰ ਹਟਾਉਣ ਦੀ ਗੱਲ ਜਾਂ APS ਜੌਲ ਨੂੰ ਹਟਾਉਣ ਦੀ ਗੱਲ ਆ, ਉਹ ਪਹਿਲਾਂ ਹੀ ਕਲੀਅਰ ਕਰ ਚੁੱਕੇ ਆ। ਜਿਹੜੀ ਸਭ ਤੋਂ ਪਹਿਲਾਂ ਸਿੱਟ ਬਣੀ ਸੀ, ਉਹਦੇ ਵਿੱਚ ਅਗਵਾਈ ਜਿਹੜਾ ਇਕਬਾਲਪ੍ਰੀਤ ਸਿੰਘ ਸਹੋਤਾ ਕਰ ਰਹੇ ਸੀਗੇ, ਤਾਂ ਉਹਨਾਂ ਦਾ ਜਿਹੜਾ ਕੰਮ ਸੀਗਾ, ਉਹ ਜੇ ਦੇਖਿਆ ਜਾਵੇ ਤਾਂ ਉਸ ਸਿੱਟ ਨੇ ਸਿਰਫ ਦੋ ਜਿਹੜੇ ਨੌਜਵਾਨਾਂ ਦੀ ਆਡੀਓ ਵਾਇਰਲ ਹੋਈ ਸੀ, ਉਸ ਸੰਬੰਧ ਵਿੱਚ ਪੁੱਛਤਾਛ ਕਰੀ ਸੀ ਔਰ ਦੋਨੋਂ ਮੁੰਡਿਆਂ ਨੂੰ ਜਿਹੜਾ ਹੈਗਾ ਉਹਨਾਂ ਨੇ ਐ ਕਹਿ ਲਓ ਕਿ ਬਾਹਰ ਕੱਢਤਾ ਸੀਗਾ ਕਿ ਇਹ ਨਿਰਦੋਸ਼ ਨੇ। ਇਹ ਜਿਹੜੀ ਆਡੀਓ ਵਾਇਰਲ ਹੋਈ ਹੈ, ਇਹ ਹੋਰ ਮਕਸਦ ਨਾਲ ਹੋਈ ਸੀ ਕਿ ਜਿਹੜੇ ਪੰਨਿਆਂ ਦੀ ਬੇਅਦਬੀ ਹੋਈ ਹੈ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਸੀਗੀ, ਨਾ ਕਿ ਜਿਹੜੇ ਚੋਰੀ ਹੋਏ ਸੀਗੇ। ਤੇ ਉਹਨਾਂ ਨੇ ਬਾਹਰ ਕੱਢਤੇ ਸੀ। ਉਸ ਤੋਂ ਥੋੜੇ ਦਿਨਾਂ ਬਾਅਦ ਹੀ CBI ਕੋਲ ਚਲੀ ਗਈ ਸੀ ਜਾਂਚ। ਉਹ ਇਕਬਾਲਪ੍ਰੀਤ ਸਿੰਘ ਸਹੋਤਾ ਦਾ ਸਿਰਫ ਇੰਨਾ ਕੁ ਰੋਲ ਸੀ ਕਿ ਉਹ ਦੋ ਮੁੰਡਿਆਂ ਨੂੰ ਉਹਨਾਂ ਨੇ ਬਾਹਰ ਕੱਢਤਾ ਸੀ। ਦੂਜੀ ਗੱਲ ਜਿਹੜਾ ਹੈਗਾ APS ਜੌਲ ਹੈ, ਉਹ ਫਿਲਹਾਲ ਉਹਨਾਂ ਦੀ ਆਪਣੀ ਪਾਰਟੀ ਹੈ ਕਿ ਉਹ ਬੇਅਦਬੀ ਕਾਂਡ ਦੇ ਵਿੱਚ ਹੈ ਹੀ ਨਹੀਂ ਸੀ, ਉਹ ਗੋਲੀ ਕਾਂਡ ਦੀ ਗੱਲ ਕਰਦੇ ਸੀ ਉਹ। ਤੇ ਹੁਣ ਉਹਨਾਂ ਨੇ ਕਹਿਤਾ ਕਿ ਮੈਂ ਉੱਥੋਂ ਜਿਹੜਾ ਉਸ ਕੇਸ ਦੀ ਜਾਂ ਉਸ ਮਾਮਲੇ ਦੀ ਮੈਂ ਪੈਰਵੀ ਨਹੀਂ ਕਰੂੰਗਾ। ਤੇ ਇੰਨੀ ਕੁ ਗੱਲ ਹੈ, ਜਿਹੜੇ ਬੰਦਿਆਂ ਨੂੰ ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ, ਉਹਨਾਂ ਬਾਰੇ ਵੀ ਉਹਨਾਂ ਦਾ ਪਿਛੋਕੜ ਕਲੀਅਰ ਕਰਨਾ ਚਾਹੀਦਾ ਹੈ ਕਿ ਉਹ ਕਿੱਦਾਂ ਦੇ ਨੇ। ਉਹਨਾਂ ਦੇ ਉੱਤੇ ਵੀ ਦੋਸ਼ ਲੱਗੇ ਹੋਏ ਨੇ। ਇੱਕ ਤੇ ਤਾਂ ਮੇਰੇ ਖਿਆਲ ਇਹੀ ਦੋਸ਼ ਹੈ ਕਿ ਬਾਦਲਾਂ ਦੇ ਕੇਸ ਦੇ ਵਿੱਚ ਉਹ ਗਵਾਹ ਸੀ ਤੇ ਮੁਨਕਰ ਹੋਇਆ ਸੀ। ਫਿਰ ਇਹੋ ਜਿਹੇ ਬੰਦਿਆਂ ਨੂੰ ਉਹ ਫਿਰ ਕਿਹਦੇ ਤੇ ਵਿਸ਼ਵਾਸ ਕਰਨਗੇ? ਫਿਲਹਾਲ ਨਵਜੋਤ ਸਿੰਘ ਸਿੱਧੂ ਜਿਹੜਾ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਆਪ ਕਿੱਧਰ ਜਾ ਰਹੇ ਨੇ। ਕਦੇ ਕਹਿ ਦਿੰਦੇ ਨੇ ਮੈਨੂੰ ਅਹੁਦਿਆਂ ਦੀ ਲੋੜ ਨਹੀਂ, ਮੈਨੂੰ ਕੁਰਸੀ ਦੀ ਲੋੜ ਨਹੀਂ, ਮੈਂ ਕੁਰਸੀਆਂ ਛੱਡੀਆਂ ਨੇ। ਕੁਰਸੀਆਂ ਸਾਰੇ ਹੀ ਛੱਡ ਕੇ ਆਏ ਨੇ, ਬਥੇਰਿਆਂ ਨੇ ਅਸਤੀਫੇ ਦੇ ਕੇ ਦੂਜੀਆਂ ਪਾਰਟੀਆਂ ਜੁਆਇਨ ਕਰੀਆਂ ਨੇ। ਇਹਦੇ ਵਿੱਚ ਵੱਡੀ ਗੱਲ ਨਹੀਂ। ਦੂਜੀ ਵੱਡੀ ਗੱਲ ਕਹਿੰਦੇ ਅਹੁਦਿਆਂ ਦੀ ਲੋੜ ਨਹੀਂ, ਕਿਸੇ ਕੁਰਸੀ ਦੀ ਲੋੜ ਨਹੀਂ। ਤਾਂ ਜਿਹੜਾ ਵੀਡੀਓ ਵਾਇਰਲ ਹੋਇਆ ਸੀਗਾ, ਬਕਾਇਦਾ ਤੌਰ ਤੇ ਚੰਨੀ ਦੀ ਜਿਹੜੀ ਉਡੀਕ ਕਰਦੇ ਸੀਗੇ, ਉਹਦੇ ਵਿੱਚ ਬਕਾਇਦਾ ਤੌਰ ਤੇ ਕਹਿ ਰਹੇ ਸੀ ਭਗਵੰਤ ਸਿੰਘ ਦੇ ਮੁੰਡੇ ਨੂੰ ਬਣਾਉਂਦੇ CM, ਫਿਰ ਦੇਖਦੇ ਸਫਲਤਾ। ਉਹ ਕੀ ਸੀ? ਜਾਣੀ ਕਿ ਕਹਿਣ ਦਾ ਭਾਵ ਇਹ ਹੈ ਕਿ ਇਹ ਚਾਹੁੰਦੇ ਨੇ ਕਿ ਸਿਰਫ ਮੈਨੂੰ ਬਿਠਾ ਦਿਓ, ਮੈਂ ਇੰਡੀਪੈਂਡੈਂਟਲੀ ਜਿਹੜਾ ਹੈਗਾ ਉਹ ਕੰਮ ਕਰਾਂ ਤੇ ਮੈਂ ਹੀ ਜਿਹੜੇ ਫੈਸਲੇ ਲੈਣੇ ਮੈਂ ਹੀ ਲਵਾਂ। ਮੇਰੇ ਫੈਸਲਿਆਂ ਦੇ ਉੱਤੇ ਕਿਸੇ ਹੋਰ ਦੀ ਮੋਹਰ ਨਹੀਂ ਲੱਗਣੀ ਚਾਹੀਦੀ। ਨਾ ਮੈਨੂੰ ਪੁੱਛਣਾ, ਨਾ ਮੈਂ ਕਿਸੇ ਨੂੰ ਪੁੱਛਾਂ ਤੇ ਨਾ ਹੀ ਮੈਂ ਕਿਸੇ ਨੂੰ ਦੱਸਾਂ।
ਮਤਲਬ ਐ ਕਹਿਣਾ ਚਾਹੁੰਦੇ ਨੇ ਕਿ ਜਿਹੜੀ ਇਜਾਰੇਦਾਰੀ ਕਹਿੰਦੇ ਆਪਾਂ, ਮੋਨੋਪੋਲੀ ਕਹਿੰਦੇ, ਉਹ ਚਾਹੁੰਦੇ ਨੇ ਇਹ। ਤੇ ਉਹ ਮੇਰੇ ਖਿਆਲ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ ਨਹੀਂ। ਹੁਣ ਤਾਂ ਅੰਦਰੋਂ ਆਵਾਜ਼ਾਂ ਉੱਠਣ ਵੀ ਲੱਗ ਗਈਆਂ, ਔਰ ਬਕਾਇਦਾ ਤੌਰ ਤੇ ਚਰਨਜੀਤ ਸਿੰਘ ਚੰਨੀ ਨੇ ਕੱਲ ਬਿਆਨ ਵੀ ਦਿੱਤਾ ਕਿ ਮੈਂ ਗਰੀਬ ਜ਼ਰੂਰ ਹਾਂ, ਕਮਜ਼ੋਰ ਨਹੀਂ ਹੈ। ਸਿੱਧਾ ਇਸ਼ਾਰਾ ਹੈਗਾ ਜਿਹੜਾ ਏਪੀਐਸ ਦਿਓਲ ਵੱਲੋਂ ਸਿੱਧੂ ਤੇ ਅਟੈਕ ਕੀਤਾ ਇੱਕ ਤਰ੍ਹਾਂ ਨਾਲ, ਉਹ ਇਸੇ ਗੱਲ ਦਾ ਇਸ਼ਾਰਾ ਹੀ ਹੈ ਕਿ ਸਰਕਾਰ ਜਿਹੜੀ ਹੈ ਏਪੀਐਸ ਦਿਓਲ ਦੀ ਪਿੱਠ ਤੇ ਆ ਕੇ ਖੜੀ ਹੈ। ਉਹਨੂੰ ਕਹਿਤਾ ਕਿ ਭਾਈ ਫਿਰ ਜਵਾਬ ਵੀ ਦੇ ਦੇ, ਹੁਣ ਦੇਖੀ ਜਾਊਗੀ, ਕੁਝ ਨਹੀਂ ਹੁੰਦਾ। ਯਾਨੀ ਕਿ ਅਸਤੀਫਾ ਜਿਹੜਾ ਉਹਨੇ ਦਿੱਤਾ ਸੀ ਉਹ ਮਨਜ਼ੂਰ ਨਹੀਂ ਕਰਨਾ ਸਰਕਾਰ ਨੇ, ਇੰਡਾਇਰੈਕਟ ਵੇ ਨਾਲ ਦੱਸਤਾ ਇਹ। ਤੇ ਤੀਜਾ, ਰਵਨੀਤ ਬਿੱਟੂ ਹੁਣੇ ਵੀ ਸਿੱਧੂ ਨੂੰ ਕਹਿ ਬੈਠੇ ਕਿ ਇੱਕ ਨਾਲ ਨਹੀਂ ਬਣੀ, ਦੋ ਨਾਲ ਨਹੀਂ, ਚਾਰਾਂ ਨਾਲ ਨਹੀਂ, ਕਿੰਨੇ ਕੁ ਨਾਲ, ਹੁਣ ਸਾਰਿਆਂ ਨਾਲ ਹੀ ਨਹੀਂ ਬਣਦੀ ਹੈਗੀ। ਇਹ ਵੀ ਗੱਲ ਹੁਣ ਆਪਣੇ ਆਪ ਜਿਹੜੀ ਉਹਨਾਂ ਦੀ ਛਵੀ ਸੀ ਨਾ, ਉਹ ਕਹਿ ਲਓ ਜਿਵੇਂ ਬਿੱਲੀ ਥੈਲਿਓਂ ਬਾਹਰ ਆਉਂਦੀ, ਉਵੇਂ ਆਣੀ ਬਾਹਰ ਸ਼ੁਰੂ ਹੋ ਗਈ। ਕਦੇ ਕਿਧਰੇ ਨੂੰ ਦੌੜ ਜਾਂਦੇ ਨੇ, ਸਰਕਾਰ ਨੂੰ ਪੁੱਛਦੇ ਨੇ ਕਿ ਸਰਕਾਰ ਕੀ ਕਰ ਰਹੀ ਹੈ। ਪਹਿਲਾਂ ਵੀ ਸਰਕਾਰ ਨੂੰ ਪੁੱਛਦੇ ਸੀਗੇ, ਉਹ ਕਰਨਾ ਤਾਂ ਤੁਸੀਂ ਸੀ, ਕਰਾਉਣਾ ਤੁਸੀਂ ਸੀ। ਕੈਪਟਨ ਨੂੰ ਲਾਂਭੇ ਕਰਨ ਵਾਲੇ ਤੁਸੀਂ ਮੋਹਰੀ ਸੀਗੇ। ਰੰਧਾਵਾ ਵੀ ਤੁਹਾਨੂੰ ਬੁਰਾ ਲੱਗਣ ਲੱਗ ਗਿਆ, ਹੁਣ ਚੰਨੀ ਵੀ ਬੁਰਾ ਲੱਗਣ ਲੱਗ ਗਿਆ। ਤੇ ਉਹ ਕੰਮ ਕੌਣ ਕਰੂਗਾ? ਇਸ ਗੱਲ ਦਾ ਜਵਾਬ ਕਿਸੇ ਕੋਲ ਨਹੀਂ ਹੈ। ਤੇ ਜੇ ਆਪਾਂ ਗੱਲ ਕਰੀਏ ਕਿ ਹੁਣ ਜਵਾਹਰ ਸਿੰਘ, ਬੁਰਜ ਜਵਾਹਰ ਸਿੰਘ ਵਾਲਾ ਜਾ ਕੇ ਆਏ, ਚੋਰੀ ਚੋਰੀ ਚਲੇ ਗਏ, ਤੇ ਉਹ ਤੇਲ ਫੂਕਦੇ ਪੰਜਾਬ ਦੇ ਲੋਕਾਂ ਦਾ, ਉਹਨਾਂ ਦੇ ਜੇਬਾਂ ਚੋਂ ਪੈਸਾ ਖਰਚ ਕੇ ਤੇਲ ਫੂਕਦੇ ਚਲੇ ਜਾਂਦੇ ਨੇ। ਜਦੋਂ ਤੱਕ ਕਹਿੰਦੇ ਉਹਨਾਂ ਨੂੰ ਹਟਾਉਂਦੇ ਨਹੀਂ, ਦੋ ਜਿਹੜੇ ਉਹਦੇ ਥਾਪੇ ਨੇ, ਚਾਹੇ ਉਹ ਡੀਜੀਪੀ ਦਾ ਚਾਹੇ ਏਜੀ ਦਾ ਆ, ਉਦੋਂ ਤੱਕ ਮੈਂ ਦਫ਼ਤਰ ਨਹੀਂ ਵੜਦਾ, ਉਦੋਂ ਤੱਕ ਕਾਂਗਰਸ ਭਵਨ ਚ ਨਹੀਂ ਜਾਂਦਾ। ਤੇ ਲੋਕਾਂ ਲਈ ਥੋੜੀ ਤੁਸੀਂ ਕੁਝ ਕਰ ਰਹੇ ਹੋ, ਉੱਥੇ ਤਾਂ ਲੋਕਾਂ ਦੇ ਕੰਮ ਕਰਨੇ ਸੀ। ਜਿੱਥੇ ਜਾਣ ਤੋਂ ਮੁਨਕਰ ਹੋ ਰਹੇ ਹੋ, ਅਸਤੀਫਾ ਵਾਪਸ ਲੈ ਲਿਆ ਵੀ ਕਿਤੇ ਮਨਜ਼ੂਰ ਹੀ ਨਾ ਹੋ ਜੇ। ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਆਪ ਹੀ ਉਲਝ ਗਏ, ਔਰ ਲੋਕਾਂ ਨੂੰ ਪਤਾ ਲੱਗ ਗਿਆ ਇਸ ਚੀਜ਼ ਦਾ। ਹੁਣ ਜਿਹੜਾ ਲੋਕਾਂ ਨੇ ਵਿਸ਼ਵਾਸ ਬਣਿਆ ਸੀਗਾ ਕਿ ਹਾਂ ਸਿੱਧੂ ਬਹੁਤ ਕੁਝ ਕਰ ਦੂਗਾ, ਨਿਜ਼ਾਮ ਚੇਂਜ ਕਰ ਦੂਗਾ, ਸਿਸਟਮ ਚੇਂਜ ਕਰ ਦੂਗਾ, ਉਹ ਐ ਨਹੀਂ। ਪਾਵਰ ਵੀ ਹੈਗੀ ਹੈ ਹੁਣ। ਜੇ ਪਾਵਰ ਪ੍ਰਧਾਨਗੀ ਤੇ ਉਹਦੇ ਚ ਪਾਵਰ ਨਹੀਂ ਸੀ, ਫਿਰ ਪ੍ਰਧਾਨਗੀ ਲਈ ਕਿਉਂ? ਮਤਲਬ ਜਵਾਬ ਦੇਣਾ ਪਏਗਾ। ਲੋਕ ਪਾਗਲ ਨਹੀਂ ਹੈਗੇ, ਉਲਝੇ ਹੋਏ ਨੇ ਆਪਸ ਵਿੱਚ। ਇਹਨਾਂ ਦੀ ਲੜਾਈ ਆਪਸ ਵਿੱਚ ਚੱਲ ਰਹੀ ਹੈ। ਇੱਕ ਪਾਸੇ ਤ੍ਰਿਪਤ ਰਜਿੰਦਰ ਬਾਜਵਾ, ਉਹ ਸੇਖੜੀ ਹੋਣੀ, ਉਹ ਆਪਸ ਵਿੱਚ ਉਲਝ ਰਹੇ ਨੇ। ਇੱਧਰ ਪਟਿਆਲੇ ਦੇ ਵਿੱਚ ਹੋਰ ਹੀ ਕੁਛ ਚੱਲੀ ਜਾਂਦਾ ਹੈ। ਚੰਨੀ ਤੇ ਸਿੱਧੂ ਆਪਸ ਵਿੱਚ ਉਲਝੀ ਜਾਂਦੇ ਨੇ। ਜਾਣੀ ਕਿ ਪੰਜਾਬ ਦੇ ਲੋਕਾਂ ਦੀ, ਨਾ ਪੰਜਾਬ ਦੇ ਮੁੱਦਿਆਂ ਦੀ ਕੋਈ ਗੱਲ ਹੈ, ਨਾ ਹੀ ਪੰਜਾਬ ਦੇ ਲੋਕਾਂ ਦੀ ਗੱਲ ਹੈ, ਨਾ ਪਰਵਾਹ ਹੈ। ਸਿਰਫ ਕੁਰਸੀ ਦੀ ਪਈ ਹੈ, ਕੁਰਸੀ ਦੇ ਦਿਓ, ਸ਼ਾਂਤ ਹੋ ਜਾਣਾ ਸਭ ਨੇ। ਜੀ ਬਿਲਕੁਲ। ਪਰਮਿੰਦਰ ਜੀ, ਕਾਂਗਰਸੀਆਂ ਨੇ ਇਕੱਠ ਪਟਿਆਲੇ 'ਚ ਰੱਖਿਆ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ 'ਚ। ਜਮਾਂ ਗਵਾਂਢ ਦੇ ਵਿੱਚ ਕਾਂਗਰਸ ਵਾਲੇ ਕਹਿੰਦੇ ਸੀ ਸ਼ੁਰੂਆਤ ਕਰਨੀ ਹੈ ਪਟਿਆਲੇ ਤੋਂ। ਪਟਿਆਲੇ ਵੱਡਾ ਇਕੱਠ ਹੈ। ਹਰੀਸ਼ ਚੌਧਰੀ ਜੋ ਨਵੇਂ ਹਾਈ ਕਮਾਂਡ ਵੱਲੋਂ ਥਾਪੇ ਗਏ ਨੇ ਇੰਚਾਰਜ ਪੰਜਾਬ ਮਾਮਲਿਆਂ 'ਚ ਕਾਂਗਰਸ ਦੇ, ਉਹ ਵੀ ਪਹੁੰਚ ਰਹੇ ਨੇ ਇੱਥੇ। ਕੌਂਸਲਰਾਂ ਨੂੰ ਵੀ ਮਿਲਣਗੇ ਉਹ। ਅਲੱਗ-ਅਲੱਗ ਐਮਐਲਏ ਆਪਣਾ ਇੱਥੇ ਜ਼ੋਰ ਅਜ਼ਮਾਇਸ਼ ਕਰ ਰਹੇ ਨੇ ਇਕੱਠ ਕਰਕੇ। ਇਹ ਲੱਗਦਾ ਕਿ ਵੀ ਸ਼ੁਰੂਆਤ ਕਹਿੰਦੇ ਅਸੀਂ ਪਟਿਆਲੇ ਤੋਂ ਕਰਨੀ ਹੈ। ਕੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਸੰਕੇਤ ਹੈ ਇਹ ਕਾਂਗਰਸੀਆਂ ਦਾ ਪਟਿਆਲੇ ਜ਼ਿਲ੍ਹੇ ਵਿੱਚ ਕੀਤਾ ਗਿਆ ਵੱਡਾ ਇਕੱਠ? ਦੇਖੋ, ਇਕੱਠ ਤਾਂ ਕੋਈ ਵੀ ਕਰ ਸਕਦਾ ਹੈ। ਗੱਲ ਤਾਂ ਇੰਨੀ ਕੁ ਹੈ ਕਿ ਛਵੀ ਕਿਹਦੀ ਸਾਫ਼ ਹੈ। ਆਪਣੀ ਛਵੀ ਆਪ ਪ੍ਰਗਟ ਕਰੋ ਨਾ, ਆਪ ਨਸ਼ਰ ਕਰੋ। ਲੋਕਾਂ ਦੇ ਲਈ ਤੁਸੀਂ ਲੋਕਾਂ ਦੇ ਸੇਵਾਦਾਰ ਬਣਨ ਦੇ ਦਾਅਵੇ ਠੋਕਦੇ ਹੋ ਤੇ ਲੋਕਾਂ ਦਾ ਹੀ ਖਜ਼ਾਨਾ ਲੁੱਟ ਕੇ ਖਾਈ ਜਾਂਦੇ ਹੋ। ਆਪਣੀ ਛਵੀ ਆਪ ਕਰੋ। ਜਿਹੜਾ ਵੀ ਐਮਐਲਏ, ਚਾਹੇ ਕੋਈ ਐਮਐਲਏ ਇਕੱਠ ਕਰਦਾ ਹੈ, ਚਾਹੇ ਕੋਈ ਦਾਅਵਾ ਕਰਦਾ ਹੈ, ਚਾਹੇ ਕੋਈ ਬਿਆਨ ਦਿੰਦਾ ਹੈ, ਚਾਹੇ ਕੋਈ ਕਿਸੇ ਨੂੰ ਮਾੜਾ ਕਹਿੰਦਾ ਹੈ, ਕਹੇ, ਬੇਸ਼ੱਕ ਕਹੇ, ਜਿੱਥੇ ਗਲਤ ਹੁੰਦਾ ਕਹੇ, ਲੇਕਿਨ ਪਹਿਲਾਂ ਆਪਦਾ ਅਕਸ ਦਿਖਾਵੇ ਲੋਕਾਂ ਨੂੰ ਕਿ ਅਸੀਂ ਆਹ ਆ। ਸਾਡੇ ਦੱਸੇ ਕਿ ਆਹ ਮੇਰੇ ਕੰਮ ਨੇ। ਇਹਨਾਂ ਕੰਮਾਂ ਨੂੰ ਆ ਕੇ ਚੈਲੰਜ ਕਰੋ, ਕੌਣ ਕਰਦਾ? ਉਹ ਚੀਜ਼ ਪਹਿਲਾਂ ਕਰੇ ਬੰਦਾ। ਐਮਐਲਏ ਆ, ਕੋਈ ਐਮਪੀ ਆ, ਆਪ ਕਰੇ। ਮੇਰੇ ਹਲਕੇ ਦੇ ਵਿੱਚ ਮੈਂ ਜ਼ਿੰਮੇਵਾਰੀ ਸੀ ਮੇਰੀ, ਮੈਂ ਨਿਭਾਈ ਹੈ। ਆ ਜੋ ਕੋਈ ਸਟੇਜ ਦੇ ਉੱਤੇ ਜਾਂ ਕਿਸੇ ਤਰ੍ਹਾਂ ਦਾ ਖੁੱਲ੍ਹੇਆਮ ਚੈਲੰਜ ਕਰਨ, ਫਿਰ ਗੱਲ ਬਣਦੀ ਹੈ। ਇਹ ਤਾਂ ਇਹ ਕੋਈ ਗੱਲ ਨਹੀਂ ਹੈਗੀ। ਕੈਪਟਨ ਅਮਰਿੰਦਰ ਸਿੰਘ ਨੇ ਕੀ ਕੀਤਾ 4.5 ਸਾਲ? ਪਰ ਹਟਾ ਤਾਂ ਠੀਕ ਹੈ, ਹੋਣਾ ਚਾਹੀਦਾ ਸੀ, ਇਹ ਹੋ ਗਿਆ। ਗੱਲ ਤਾਂ ਗੁਰਜਿੰਦਰ ਜੀ ਇੰਨੀ ਕੁ ਹੈ ਕਿ ਜਿਹੜਾ ਵੀ ਬੰਦਾ ਅੱਗੇ ਆਉਣਾ ਚਾਹੁੰਦਾ ਹੈ ਆਵੇ, ਜੀ ਸਦਕੇ ਆਵੇ, ਪਰ ਆਪਣਾ ਅਕਸ ਨਾਲ ਲੈ ਕੇ ਦਿਖਾਵੇ, ਨਾਲ ਲਿਆਵੇ, ਲੋਕਾਂ ਦੇ ਵਿੱਚ ਜਨਤਕ ਕਰੇ ਕਿ ਉਹਨੇ ਕੋਈ ਗਲਤ ਕੰਮ ਨਹੀਂ ਕਰਿਆ। ਹੁਣ ਨਵਜੋਤ ਸਿੰਘ ਸਿੱਧੂ ਨੇ ਬਾਹਾਂ ਫੜੀ ਫਿਰਦੇ ਸੀਗੇ ਐਮਐਲਏ ਦੀਆਂ, ਟਿਕਟਾਂ ਦਵਾਵਾਂਗੇ, ਜਿਤਾਵਾਂਗੇ, ਲੋਕਾਂ ਦੇ ਘਰਾਂ 'ਚ ਗਏ ਐਮਐਲਏ। ਕੀ ਸਾਰਿਆਂ ਦੇ ਅਕਸ ਸਹੀ ਨੇ? ਕੀ ਕਾਂਗਰਸੀ ਸਾਰੇ ਹੀ ਸਹੀ ਨੇ? ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਬੋਲ ਪਿਆ। ਉਹ ਕਹਿੰਦੇ ਕਿ ਬਥੇਰੇ ਬੰਦੇ ਐਸੇ ਸੀ ਜਿਨ੍ਹਾਂ ਦੀ ਛਵੀ ਖਰਾਬ ਸੀ, ਮੈਂ ਪਾਰਟੀ ਦੀ ਛਵੀ ਖਰਾਬ ਨਾ ਹੋਵੇ ਇਸ ਕਰਕੇ ਕਾਰਵਾਈ ਨਹੀਂ ਕਰੀ। ਉਹਨਾਂ ਨੇ ਕਿਹੜਾ ਛਿੱਕੇ ਨਹੀਂ ਟੰਗੇ ਪੰਜਾਬ ਦੇ ਹਿੱਤ। ਤੇ ਹੁਣ ਫਿਰ ਟੀਮ ਕਿਹੜੀ ਰਹਿ ਜੂਗੀ? ਨਵਜੋਤ ਸਿੰਘ ਸਿੱਧੂ ਦਾ ਪਹਿਲਾਂ ਹੀ ਨਹੀਂ ਕਿਸੇ ਦੇ ਇਤਬਾਰ ਕਰ ਰਿਹਾ ਹੈ।
ਉਹ ਕਹਿੰਦਾ ਮੈਂ ਹੀ ਇਕੱਲਾ ਹੀ ਹਾਂ, ਟੀਮ ਬਾਕੀ ਸਾਰੀ ਬੇਈਮਾਨ ਆ। ਤੇ ਫਿਰ ਕਿਹੜੇ ਬੰਦਿਆਂ ਨੂੰ, ਕਿਹੜੇ ਨਾ ਹਰੀਸ਼ ਚੌਧਰੀ ਵਰਗੇ ਜੇ ਆ ਰਹੇ ਨੇ ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਲੋਕਾਂ ਦੀ ਗੱਲ ਸੁਣੀ ਜਾਵੇ ਕਿ ਇਹਨਾਂ ਨੇ ਆਪਣੇ ਬੰਦੇ ਸੈੱਟ ਕਰਨੇ ਹੁੰਦੇ ਨੇ। ਫਿਰ ਲੋਕਾਂ ਦੀ ਗੱਲ ਕਿੱਥੇ ਰਹਿ ਜੂਗੀ? ਸਰਕਾਰਾਂ ਲੋਕਾਂ ਦੀਆਂ ਥੋੜੀ ਹੋ ਗਈਆਂ। ਫਿਰ ਤਾਂ ਜਿਹੜਾ ਮਰਜ਼ੀ ਆਓ, ਲੁੱਟੋ ਪੁੱਟੋ, ਪੰਜਾਬ ਦਾ ਖਜ਼ਾਨਾ ਖਾ ਜਾਓ, ਪੰਜਾਬ ਦੀਆਂ ਜਿਹੜੀਆਂ ਕੁਦਰਤੀ ਸਰੋਤ ਨੇ ਉਹਨਾਂ ਤੇ ਕਬਜ਼ੇ ਕਰ ਲਓ, ਨਸ਼ਾ ਫੈਲਾ ਦਿਓ, ਭ੍ਰਿਸ਼ਟਾਚਾਰ ਫੈਲਾ ਦਿਓ, ਫਿਰ ਟਿਕਟਾਂ ਵੰਡ ਦੇ ਵਿੱਚ ਵੀ ਆਪਦੀ ਸ਼ਮੂਲੀਅਤ ਕਰ ਲਓ, ਫਿਰ ਤਾਂ ਉਹ ਗੱਲ ਹੋ ਜਾਏਗੀ। ਤੋ ਕਹਿਣ ਦਾ ਭਾਵ ਤਾਂ ਸਿਰਫ ਇੰਨਾ ਕੀ ਆ ਕਿ ਜੇ ਕੋਈ ਆਉਂਦਾ ਅੱਗੇ ਤਾਂ ਸਾਫ਼ ਅਕਸ ਵਾਲਾ ਹੋਣਾ ਚਾਹੀਦਾ। ਲੋਕ ਹੁਣ ਉਸੇ ਨੂੰ ਕਬੂਲਣਗੇ। ਏਦਾਂ ਨਹੀਂ ਹੈਗਾ ਕਿਸੇ ਪਾਰਟੀ ਦੀ ਗੱਲ ਕਰ ਲਓ, ਕੱਲੀ ਕਾਂਗਰਸ ਦੀ ਕਿਉਂ ਕਰੀਏ ਆਪਾਂ? ਕੋਈ ਵੀ ਪਾਰਟੀ ਹੈ, ਜੇ ਕੋਈ ਉਹਨੂੰ ਪਾਰਟੀ ਦੇ ਵਿੱਚ ਵੱਡਾ ਅਹੁਦਾ ਦਿੱਤਾ ਜਾਂਦਾ ਜਾਂ ਪਾਰਟੀ ਉਹਨੂੰ ਕਹਿੰਦੇ ਟਿਕਟਾਂ ਵੰਡ ਜਾਂ ਉਹਦੀ ਕੋਈ ਰਹਿਨੁਮਾਈ ਦੀ ਲੋੜ ਹੈ, ਅਗਵਾਈ ਦੀ ਲੋੜ ਆ, ਤਾਂ ਪਹਿਲਾਂ ਉਹਦਾ ਅਕਸ ਦੱਸਣਾ ਪਵੇ, ਉਹ ਲੋਕਾਂ ਦੇ ਵਿੱਚ ਕਲੀਅਰ ਹੋਵੇ। ਜਿਵੇਂ ਸੋਨੂੰ ਸੂਦ ਨੇ ਵੀ ਕਿਹਾ ਹੁਣ ਪਿੱਛੇ ਜੇ ਪ੍ਰੈਸ ਦੇ ਵਿੱਚ ਜਾ ਕੇ ਉਹਨੇ ਗੱਲ ਕੀਤੀ ਹੈ ਕਿ ਜੇ ਇੱਕ ਚੋਣ ਮੈਨੀਫੈਸਟੋ ਏਦਾਂ ਬਣਾਉਂਦਾ ਤਾਂ ਉਹਨੂੰ ਲੀਗਲ ਡਾਕੂਮੈਂਟ ਬਣਾਓ, ਨਾਲ ਅਸਤੀਫਾ ਲਾਓ ਕਿ ਮੁੱਖ ਮੰਤਰੀ ਦਾ ਅਸਤੀਫਾ ਨਾਲ ਅਟੈਚ ਹੋਵੇ। ਜੇ ਸਰਕਾਰ ਜਿਹੜੀ ਹੈਗੀ ਹੈ ਲੋਕਾਂ ਦੀ ਗੱਲ ਨਹੀਂ ਸੁਣਦੀ, ਲੋਕ ਹਿੱਤਾਂ ਤੇ ਪੂਰਾ ਨਹੀਂ ਉਤਰਦੀ, ਤਾਂ ਉਹਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ। ਉਹ ਗੱਲ ਹੋਣੀ ਚਾਹੀਦੀ ਹੈ। ਅਕਸ ਜਿਹੜਾ ਹੈਗਾ ਸਾਰਿਆਂ ਦਾ ਸਾਫ਼ ਹੋਣਾ ਚਾਹੀਦਾ, ਤਾਂ ਪੰਜਾਬ ਲਈ ਸੋਚ ਸਕਦੇ ਨੇ, ਤਾਂ ਪੰਜਾਬ ਦਾ ਕੁਝ ਬਣ ਸਕਦਾ। ਅਦਰਵਾਈਜ਼ ਗੁਰਜਿੰਦਰ ਜੀ ਇਹ ਸਭ ਸਟੰਟ ਨੇ ਅੱਗੇ ਵਧਣ ਵਾਸਤੇ, ਆਪਣਾ ਤੇ ਆਪਣੇ ਪਰਿਵਾਰਾਂ ਨੂੰ ਸੈੱਟ ਕਰਨ ਦਾ। ਖਜ਼ਾਨੇ ਲੁੱਟ ਕੇ ਆਪਣੇ ਖਜ਼ਾਨੇ, ਘਰਾਂ ਦੇ ਖਜ਼ਾਨੇ ਭਰਨਾ, ਉਹ ਕੰਮ ਹੈ ਬਸ ਇਹਨਾਂ ਦਾ, ਹੋਰ ਕੋਈ ਕੰਮ ਨਹੀਂ। ਇਹ ਲੋਕ ਇਕੱਠ ਨਹੀਂ ਹੈਗੇ, ਇਹ ਕੁਰਸੀ ਇਕੱਠ ਨੇ, ਇਹ ਕੁਰਸੀ ਦੇ ਲਈ ਇਕੱਠ ਨੇ, ਇਹ ਜਿਹੜੇ ਕਰੇ ਜਾਂਦੇ ਨੇ। ਲੋਕ ਇਕੱਠ ਤਾਂ ਦਿੱਲੀ ਤੇ ਬੈਠਾ ਹੈ, ਉੱਥੇ ਜਾ ਕੇ ਦੇਖੋ ਨਿਜ਼ਾਮ ਕਿਵੇਂ ਚੇਂਜ ਹੁੰਦਾ। ਉੱਥੇ ਜਾ ਕੇ ਦੱਸਣ ਇਹ ਸਟੇਜਾਂ ਤੇ ਕਿ ਮੈਂ ਆਹ ਕੀਤਾ, ਕਿ ਉੱਥੇ ਹਰ ਇੱਕ ਤਰ੍ਹਾਂ ਦੇ ਲੋਕ ਬੈਠੇ ਨੇ। ਸਵਾਲ ਪੁੱਛਣਗੇ ਫਿਰ ਭਾਜਲ ਪੈ ਜਾਂਦੀ ਹੈ ਇਹਨਾਂ ਨੂੰ। ਜਦੋਂ ਕੋਈ ਸਵਾਲ ਪੁੱਛਦਾ, ਜਿਵੇਂ ਨਵਜੋਤ ਸਿੰਘ ਸਿੱਧੂ ਨੂੰ ਪੁੱਛਦੇ ਆ ਕਿ ਭਾਈ ਦਿੱਲੀ ਜਾਂ ਹੋਰ ਨਾ ਕਾਨਪੁਰ ਵਰਗੇ ਜਿੱਥੇ ਸਿੱਖਾਂ ਦਾ ਕਤਲੇਆਮ ਹੋਇਆ ਉਹਨਾਂ ਬਾਰੇ ਦੇ ਜਵਾਬ, ਤੇ ਉਹ ਫਿਰ ਆਨਾਕਾਨੀ ਕਰਕੇ ਦੌੜ ਲੈਂਦੇ ਨੇ ਵੀ ਤੂੰ ਹਮਾਇਤ ਕਿਹਨਾਂ ਦੀ ਕਰਨ ਲੱਗਿਆ ਹੁਣ। ਫਿਰ ਪਾਕ ਸਾਫ ਮੇਰੇ ਵਰਗਾ ਪਵਿੱਤਰ ਕੋਈ ਨਹੀਂ, ਉਹ ਗੱਲਾਂ ਕਰਦੇ ਨੇ ਸਾਫ਼ ਰਹਿਣ ਦੀਆਂ, ਜਦ ਕਿ ਅਕਸ ਇਹਨਾਂ ਦੇ ਆਪਣੇ ਸਾਰਿਆਂ ਦੇ ਧੁੰਦਲੇ ਨੇ। ਧੁੰਦਲੇ ਕਾਹਨੂੰ ਗੰਧਲੇ ਨੇ ਪੂਰੀ ਤਰ੍ਹਾਂ, ਗੜੁੱਚ ਨੇ ਇਹ ਭ੍ਰਿਸ਼ਟਾਚਾਰ ਦੇ ਵਿੱਚ, ਤੇ ਲੋਕਾਂ ਨੂੰ ਵਿਖਾਵਾ ਕਰਦੇ ਨੇ। ਖਾਣ ਦੇ ਦੰਦ ਹੋਰ ਤੇ ਦਿਖਾਉਣ ਦੇ ਹੋਰ, ਉਹ ਹਾਲ ਇਹਨਾਂ ਦਾ ਜੀ। ਜੀ ਗੁਰਜਿੰਦਰ ਜੀ। ਜੀ ਬਿਲਕੁਲ। ਪਰਮਿੰਦਰ ਜੀ, ਕੱਲ ਦੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਘੁੰਮ ਰਹੀਆਂ ਨੇ, ਸਿਰ ਪੱਟੇ ਹੋਏ ਨੇ, ਹੱਥ ਪੈਰ ਲਹੂ ਲੁਹਾਨ ਨੇ। ਸ਼੍ਰੋਮਣੀ ਅਕਾਲੀ ਦਲ ਨੇ ਇਕੱਠ ਰੱਖਿਆ ਚੰਡੀਗੜ੍ਹ ਦੇ ਵਿੱਚ ਕਿ ਸੀਮ ਹਾਊਸ ਦਾ ਘਿਰਾਓ ਕਰਾਂਗੇ ਅਸੀਂ। ਪੁਲਿਸ ਨੇ ਰੋਕੇ, ਡਾਂਗਾਂ ਚੱਲੀਆਂ, ਵਾਟਰ ਕੈਨਨ ਵੀ ਚੱਲਿਆ ਕਿ ਅਸੀਂ ਸੀਐਮ ਚੰਨੀ ਨੂੰ ਅਪੀਲ ਕਰਦੇ ਹਾਂ, ਅਸੀਂ ਘਰ ਦਾ ਘਿਰਾਓ ਕਰਦੇ ਹਾਂ ਜੇਕਰ ਸਾਡੀ ਅਪੀਲ ਸਵੀਕਾਰ ਨਹੀਂ ਕਰਦੇ। ਕਿ ਮਹਿੰਗਾਈ ਬਹੁਤ ਹੋ ਗਈ, ਤੇਲ ਦੇ ਉੱਤੇ, ਡੀਜ਼ਲ ਦੇ ਉੱਤੇ, ਪੈਟਰੋਲ ਦੇ ਉੱਤੇ ਪੰਜਾਬ ਸਰਕਾਰ ਕੋਈ ਫੈਸਲਾ ਲਵੇ ਤੇ ਲੋਕਾਂ ਨੂੰ ਰਾਹਤ ਦੇਵੇ। ਕੱਲ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦੇ ਵਿੱਚ ਬੜਾ ਵੱਡਾ ਇਕੱਠ ਕੀਤਾ। ਉਸ ਤੋਂ ਬਾਅਦ ਯਾਨੀ ਕਿ ਅੱਜ ਪੰਜਾਬ ਕੈਬਨਿਟ ਹੋਣ ਵਾਲੀ ਹੈ, ਬੈਠਣ ਵਾਲੀ, ਜਿਹਦੇ ਚ ਅਹਿਮ ਫੈਸਲਾ ਲਿਆ ਜਾ ਸਕਦਾ ਕਿ ਜੋ ਡਿਊਟੀ ਐਕਸਾਈਜ਼ ਬਣਦਾ ਪੰਜਾਬ ਸਰਕਾਰ ਦਾ, ਉਹ ਤੇਲ ਦੇ ਉੱਤੇ ਘਟਾਇਆ ਜਾ ਸਕਦਾ। ਜੀ ਪਰਮਿੰਦਰ। ਦੇਖੋ, ਜਦੋਂ ਨਾ ਕੋਈ ਲੱਗਦਾ ਕਿ ਜਿੱਦਾਂ ਹੁਣ ਕੇਂਦਰ ਨੇ ਇਸ਼ਾਰਾ ਕੀਤਾ ਸੀ ਜਾਂ ਹੋਰ ਨਾ ਸਟੇਟਸ ਨੇ ਵੈਟ ਘਟਾਏ ਆ, ਤਾਂ ਪੰਜਾਬ ਵੀ ਘਟਾਊਗਾ। ਫਿਰ ਏਦਾਂ ਦੀਆਂ ਜਿਹੜੀਆਂ ਸ਼ੋਸ਼ੇਬਾਜ਼ੀਆਂ ਨੇ ਉਹ ਕਰਨ ਦੀਆਂ ਪਹਿਲਾਂ ਹੀ ਚਾਲਾਂ ਚੱਲ ਰਹੀਆਂ ਜਾਂਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਵੀ ਓਦਾਂ ਹੀ ਚੱਲ ਰਿਹਾ ਹੈ। ਇਹਨਾਂ ਨੂੰ ਪਤਾ ਕਿ ਹੁਣ ਵੈਟ ਜਿਹੜੇ ਹੈਗੇ ਕਿਤੇ ਨਾ ਕਿਤੇ ਘਟਾਣਗੇ ਤੇ ਘਟੂਗਾ। ਇਹਦਾ ਲਾਹਾ ਲੈ ਲਓ ਆਪ ਕਿ ਅਸੀਂ ਦਬਾਅ ਪਾਇਆ ਤਾਂ ਇਹ ਚੀਜ਼ ਹੋਈ ਆ। ਲੋਕ ਸਮਝਦਾਰ ਨੇ, ਬੇਵਕੂਫ ਨਹੀਂ ਬਣਨ ਵਾਲੇ। ਲੋਕਾਂ ਨੂੰ ਹੁਣ ਪਤਾ ਲੱਗਣ ਲੱਗ ਗਿਆ। ਉਹ ਵੱਖਰੀ ਗੱਲ ਹੈ ਕਿ ਕੁਝ ਕੁ % ਲੋਕ ਏਦਾਂ ਦੇ ਨੇ ਕਿ ਜਿਹੜੇ ਵਿਚਾਰੇ ਇਨ ਟੱਚ ਨਹੀਂ ਹੈਗੇ ਖਬਰਾਂ ਨਾਲ ਜਾਂ ਸੋਸ਼ਲ ਮੀਡੀਆ ਨਾਲ, ਉਹ ਥੋੜੀ ਬੇਸਮਝੀ ਥੋੜੀ ਜਿਹੀ ਬੇਸਮਝੀ ਕਰਕੇ ਕਹਿ ਲਓ ਕਿ ਤੁਹਾਡੀਆਂ ਗੱਲਾਂ 'ਚ ਆ ਜਾਣ। ਪਰ ਉਹ ਜਿਹੜੇ ਵੱਡੇ ਪੱਧਰ ਦੇ ਉੱਤੇ ਜੇ ਕਹਿ ਲਓ ਲੋਕਾਂ ਦਾ ਜਿਹੜਾ ਵੱਡਾ ਇਕੱਠ ਕਹਿ ਲਓ, ਬਹੁਮਤ ਕਹਿ ਲਓ, ਉਹ ਹੁਣ ਸੁਚੇਤ ਆ। ਤੋ ਇਹ ਲੋਕਾਂ ਦੇ ਡਾਂਗਾ, ਲੋਕਾਂ ਦੇ ਮੁਰਾਣੀਆਂ ਨੇ ਨਾ, ਜਿਵੇਂ ਮਰਜ਼ੀ ਹੋਏ ਆਪ ਪਿੱਛੇ ਹਟ ਜਾਂਦੇ ਨੇ। ਆਪ ਤਾਂ ਮਾੜਾ ਜਿਹਾ ਜਿਵੇਂ ਕਹਿ ਲਓ ਕਿ ਹਿਰਾਸਤ ਵਿੱਚ ਲੈ ਕੇ ਇਹਨਾਂ ਨੂੰ ਸੇਫ ਕੱਢਣਾ ਹੁੰਦਾ ਉੱਥੋਂ, ਉਹ ਹਿਰਾਸਤ ਵੀ ਦਿਖਾ ਦਿੰਦੇ ਨੇ ਕਿ ਹਿਰਾਸਤ ਥੋੜੀ ਹੁੰਦੀ ਆ, ਉਹ ਉੱਥੋਂ ਸੇਫ ਕੱਢਣਾ ਹੁੰਦਾ ਕਿ ਬਹੁਤ ਹੋ ਗਿਆ, ਥੱਕ ਨਾ ਜਾਣ ਕਿਤੇ, ਆਜੋ ਜੀ ਆਰਾਮ ਕਰ ਲਓ, ਚਾਹ ਪਾਣੀ ਛਕੋ ਤੇ ਘਰ ਨੂੰ ਚਲੇ ਜਾਇਓ। ਉਹ ਚੀਜ਼ ਹੁੰਦੀ ਹੈ ਇਹ ਲੀਡਰਾਂ ਦੀ। ਤੋ ਵੈਟ ਘਟਣ ਦਾ ਜਿਹੜਾ ਕੈਬਨਿਟ ਹੋ ਰਹੀ ਹੈ, ਇੱਕ ਫੈਸਲਾ ਲੈ ਸਕਦੇ, ਇਹਨਾਂ ਨੂੰ ਪਤਾ ਫੈਸਲਾ ਲਿਆ ਜਾ ਸਕਦਾ ਹੈ, ਉਹਦੇ ਤੇ
ਪੈਟਰੋਲ ਡੀਜ਼ਲ ਦੀ ਜਿਹੜੀ ਕੀਮਤ ਹੈ ਥੋੜੀ ਬਹੁਤੀ ਘਟਾ ਕੇ ਕੁਛ ਮਾੜੀ ਮੋਟੀ ਥੋੜੀ ਬਹੁਤੀ ਕਹਿ ਲਓ 1% ਲੋਕਾਂ ਨੂੰ ਕਿਤੇ ਰਾਹਤ ਹੋ ਸਕਦੀ ਹੈ। ਮੀਡੀਆ ਵੀ ਏਦਾਂ ਦਾ ਸਸਤਾ ਹੋ ਗਿਆ ਜੀ ਪੈਟਰੋਲ ਡੀਜ਼ਲ, ਸਸਤਾ ਥੋੜੀ ਹੋਇਆ। ਪਹਿਲਾਂ 100 ਰੁਪਇਆ ਵਧਾਤਾ ਤੇ ਹੁਣ ਉਹ ਸਸਤਾ ਹੋ ਗਿਆ 10 ਰੁਪਏ, 10 ਰੁਪਏ ਸਸਤਾ ਹੋਇਆ। ਉਹ ਥੋੜੀ ਬਹੁਤੀ ਕੀਮਤ ਘਟਾਈ ਆ ਉਹਦੀ, ਸਸਤਾ ਥੋੜੀ ਹੋ ਗਿਆ। ਸਸਤਾ ਤਾਂ ਉਹ ਹੁੰਦਾ ਵੀ ਜਿਹੜੀ ਪਹਿਲਾਂ ਕੀਮਤ ਮਿਲਦੀ ਸੀ ਪਿਛਲੇ 10 ਸਾਲਾਂ ਤੋਂ, ਉਹ ਤੋਂ ਵੀ ਡਾਊਨ ਆ ਗਈ ਹੁਣ, ਫਿਰ ਸਸਤਾ ਹੁੰਦਾ। ਇਹ ਤਾਂ ਘਟਾਈ ਹੈ ਮਾੜੀ ਮੋਟੀ, ਉਹ ਵੀ ਚੋਣਾਂ ਤੱਕ ਹੁੰਦਾ ਹੈ। ਚੋਣਾਂ ਦੇ ਵਿੱਚ ਕਰਕੇ ਦਿਖਾ ਦੇਣਗੇ ਕਿ ਅਸੀਂ ਪੈਟਰੋਲ ਘਟਾਤਾ, ਡੀਜ਼ਲ ਘਟਾਤਾ ਜੀ। ਏਦਾਂ ਦਾ ਹੀ ਸੁਖਬੀਰ ਬਾਦਲ ਦਾ ਹੁਣ ਬਿਆਨ ਆਇਆ ਸੀਗਾ, ਕਹਿੰਦੇ ਜੇ ਦਮ ਹੈ ਕਾਂਗਰਸ ਦੇ ਵਿੱਚ ਤਾਂ ਕਹਿੰਦੇ ਉਹਨਾਂ ਦੇ ਵਿਰੁੱਧ ਮਤਾ ਪਾ ਕੇ ਪਾਸ ਕਰੇ ਵਿਧਾਨ ਸਭਾ ਦੇ ਵਿੱਚ। ਟਾਈਟਲਰ ਵਰਗੇ ਜਿਹੜੇ ਹੈਗੇ ਨੇ ਉਹ ਸਿੱਖ ਕਤਲੇਆਮ ਦੇ ਦੋਸ਼ੀ ਨੇ ਜਿਹੜੇ, ਤੇ ਉਹ ਇਹਨਾਂ ਨੂੰ ਪੁੱਛੇ ਕਿ ਤੁਸੀਂ ਹੁਣ ਜਾ ਕੇ ਚੋਣ ਸਟੰਟ ਖੇਡ ਰਹੇ ਹੋ, ਫਿਰ ਬਿਆਨਬਾਜ਼ੀ ਕਰਕੇ ਭੜਕਾ ਰਹੇ ਹੋ ਲੋਕਾਂ ਨੂੰ, ਜਦੋਂ ਤੁਹਾਡੀ ਸਰਕਾਰ ਸੀ। 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ, ਤੁਸੀਂ ਕੀ ਕੀਤਾ? ਤੁਸੀਂ ਪੀੜਤਾਂ ਦੇ ਉੱਤੇ ਕਿਹੜੀ ਮੱਲਮ ਲਾਤੀ? ਤੁਸੀਂ ਕੀ ਦਿੱਤਾ ਉਹਨਾਂ ਨੂੰ? ਉਹ ਵਿਚਾਰੇ ਅੱਜ ਵੀ ਰੁਲਦੇ ਨੇ। ਤੁਸੀਂ ਕਿਹੜੀ ਪੈਰਵਾਈ ਕੀਤੀ ਆ? ਯਾਨੀ ਕਿ ਇਹ ਸਰਕਾਰਾਂ ਕਹਿ ਲਓ, ਵਿਰੋਧੀ ਧਿਰਾਂ ਕਹਿ ਲਓ ਜਾਂ ਰਾਜਸੀ ਪਾਰਟੀਆਂ ਨੇ, ਇਹ ਸਿਰਫ ਬੇਵਕੂਫ ਬਣਾਉਣ ਚ ਤੁਲੀਆਂ ਹੋਈਆਂ ਨੇ ਲੋਕਾਂ ਨੂੰ, ਕਿ ਬੇਵਕੂਫ ਬਣਾ ਦਈਏ, ਵੋਟਾਂ ਹੜੱਪ ਲਈਏ। ਬਸ ਇਹਨਾਂ ਦਾ ਮਕਸਦ ਹੈ ਸੱਤਾ ਮਿਲਦੇ ਸਾਨੂੰ, ਅਸੀਂ ਰਾਜ ਕਰੀਏ। ਫਿਰ ਇਹੀ 5 ਸਾਲ ਫਿਰ ਕਿਸੇ ਪਾਰਟੀ ਨੂੰ ਮਿਲ ਜਾਣ, ਫਿਰ ਇਹੀ ਡੰਡੇ ਬਣਾਉਂਦੇ ਨੇ ਲੋਕਾਂ ਦੇ। ਅੱਜ ਕਹਿੰਦੇ ਨੇ ਡੰਡੇ ਮਾਰਦੇ ਨੇ ਦੂਜੀ ਪਾਰਟੀ। ਜਦੋਂ ਤੁਹਾਡਾ ਰਾਜ ਸੀ, ਪੁੱਛੇ ਅਕਾਲੀ ਦਲ ਨੂੰ ਕਿ ਤੁਸੀਂ ਕੀ ਕੀਤਾ ਸੀ ਬਈ 10 ਸਾਲ? ਤੁਹਾਡੀ ਸਰਕਾਰ ਵੇਲੇ ਨੀ ਲੋਕ ਟੈਂਕੀਆਂ ਦੇ ਜਿਹੜੇ, ਤੁਹਾਡੀ ਸਰਕਾਰ ਵੇਲੇ ਨਹੀਂ ਸੰਘਰਸ਼ ਹੋਏ, ਤੁਹਾਡੀ ਸਰਕਾਰ ਵੇਲੇ ਡਾਂਗਾ ਨਹੀਂ ਮਾਰੀਆਂ ਤੁਸੀਂ? ਉਦੋਂ ਤੁਹਾਡੇ ਹੱਥ, ਤੁਸੀਂ ਪ੍ਰਧਾਨ ਸੀਗੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਮੁੱਖ ਮੰਤਰੀ ਸੀਗੇ। ਇਹਨਾਂ ਨੇ ਕੀ ਦਿੱਤਾ ਸੀਗਾ? ਕਈ ਬੇਰੁਜ਼ਗਾਰੀ, ਉਦੋਂ ਬੇਰੁਜ਼ਗਾਰ ਹੈ ਨਹੀਂ ਸੀਗੇ? ਤੁਸੀਂ ਆਪਣੇ ਵੇਲੇ ਬੇਰੁਜ਼ਗਾਰੀ ਕਿੰਨੀ ਘਟਾਈ ਦੱਸੋ? ਕਿਹੜੇ ਪ੍ਰੋਜੈਕਟ ਲਾਤੇ ਦੱਸੋ? ਆ ਬਿਜਲੀ ਸਮਝੌਤੇ ਕਿਹਦੀ ਦੇਣ ਹੈ? ਜਿਨ੍ਹਾਂ ਦਾ ਤੁਸੀਂ ਅੱਜ ਵਿਰੋਧ ਕਰਦੇ ਹੋ, ਜਿਨ੍ਹਾਂ ਦੀ ਤੁਸੀਂ ਅੱਜ ਗੱਲ ਕਰਦੇ ਹੋ, ਕਿਹੜੇ ਮੂੰਹ ਨਾਲ ਕਰਦੇ ਹੋ? ਬੇਅਦਬੀ ਦੀ ਗੱਲ ਕਰਦੇ ਹੋ, ਕਿਹੜੇ ਮੂੰਹ ਨਾਲ ਕਰ ਦੇਣਗੇ? ਸੋ ਇੱਕ ਕਹਿਣ ਦਾ ਭਾਵ ਇਹ ਹੈ ਕਿ ਗੁਰਜਿੰਦਰ ਜੀ, ਸਿਰਫ ਸਟੰਟਬਾਜ਼ੀ ਹੈ ਇਹ, ਚੋਣ ਸਟੰਟ ਨੇ। ਜਿਵੇਂ ਜਿਵੇਂ ਫਰਵਰੀ ਨੇੜੇ ਆਉਂਦੀ ਜਾਊਗੀ, ਏਦਾਂ ਦੀਆਂ ਲੋਕਾਂ ਨੂੰ ਵਾਹਾਂ ਕਰਕੇ ਉਹਨਾਂ ਦੇ ਡਾਂਗਾ ਮਰਾਉਣੀਆਂ। ਆਹ ਗੋਲੀ ਵੀ ਤਾਂ ਹੀ ਚੱਲੀ ਸੀਗੀ, ਜੇ ਆਪਾਂ ਗੋਲੀ ਕਾਂਡ ਦੇਖੀਏ ਉੱਥੇ ਹੋਇਆ ਬੇਅਦਬੀ ਵੇਲੇ, ਉਹ ਇਹੀ ਸੀਗਾ। ਹੋਰ ਕੀ ਸੀ ਉਹ? ਜੇ ਕਿਤੇ ਕਾਰਵਾਈ ਕਰਦੀ ਸਰਕਾਰ, ਉਸਨੂੰ ਗੰਭੀਰਤਾ ਨਾਲ ਲੈਂਦੀ ਮਾਮਲੇ ਨੂੰ, ਉਹ ਮਾਫੀ ਵਾਲਾ ਮਾਮਲਾ ਆਇਆ, ਉਹ ਕਿਵੇਂ ਹੋਇਆ? ਪੋਸਟਰ ਲੱਗੇ, ਚੋਰੀ ਹੋਈ, ਗੁਰੂ ਮਹਾਰਾਜ ਦੇ ਅੰਗ ਫਾੜ ਕੇ ਸਿੱਟੇ ਗਏ, ਬੇਅਦਬੀ ਹੋਈ। ਉਹ ਤੋਂ ਬਾਅਦ ਲੋਕ ਅੱਗੇ ਆਏ, ਉਹਨਾਂ ਦੇ ਗੋਲੀਆਂ ਮਾਰਤੀਆਂ। ਇਹਨਾਂ ਨੂੰ ਕੀ ਕਹਿ ਰਹੇ ਸੀ? ਇਹਨਾਂ ਨੂੰ ਕਿਹੜਾ ਖਤਰਾ ਸੀਗਾ? ਕਿਸ ਨੂੰ ਖਤਰਾ ਸੀ? ਕਿਹਦੀ ਜਾਨ ਨੂੰ ਖਤਰਾ ਸੀਗਾ ਜਿਹੜੀ ਉੱਥੇ ਗੋਲੀ ਚਲਾਉਣੀ ਪਈ? ਤੋ ਇਹ ਸਿਰਫ ਔਰ ਸਿਰਫ ਕਹਿ ਲਓ ਵੋਟਾਂ ਦਿਖਦੀਆਂ ਨੇ ਇਹਨਾਂ ਨੂੰ। ਵੋਟਾਂ ਇਹਨਾਂ ਦੀ ਭੁੱਖ ਹੈ, ਵੋਟਾਂ ਇਹਨਾਂ ਦਾ ਖਾਣਾ ਆ, ਵੋਟਾਂ ਇਹਨਾਂ ਦਾ ਧਰਮ ਆ। ਉਹ ਲੈ ਕੇ ਸੱਤਾ ਹਾਸਲ ਕਰਨੀ ਹੈ। ਕੁੱਟਣਾ ਤਾਂ ਇਹਨਾਂ ਨੇ ਵੀ ਲੋਕਾਂ ਨੂੰ ਹੀ ਆ, ਜਿਵੇਂ ਕਾਂਗਰਸ ਕੁੱਟ ਰਹੀ ਹੈ। ਪਹਿਲਾਂ ਕੈਪਟਨ ਨੇ ਕੁੱਟਿਆ, ਹੁਣ ਆ ਚੰਨੀ ਹੋਣੀ ਕੁੱਟੀ ਜਾਂਦੇ ਨੇ, ਫਿਰ ਹੁਣ ਕੋਈ ਹੋਰ ਆ ਜਾਊਗਾ ਉਹ ਕੁੱਟਣ ਲੱਗ ਜੂ। ਜਾਣੀ ਕਿ ਲੋਕ ਸਤਰਕ ਹੋਣ ਤਾਂ ਕਿਤੇ ਨਾ ਕਿਤੇ ਜਾ ਕੇ ਨਿਜ਼ਾਮ ਚੇਂਜ ਹੋ ਸਕਦਾ, ਕਿਸੇ ਦੇ ਬਹਿਕਾਵੇ ਚ ਨਾ ਆਉਣ ਹੋਣ ਜੀ। ਜੀ ਬਿਲਕੁਲ ਪਰਮਿੰਦਰ ਜੀ, ਲੋਕ ਬਹਿਕਾਵੇ ਦੇ ਵਿੱਚ ਨਾ ਆਉਣ, ਲੋਕ ਸੋਚ ਸਮਝ ਕੇ ਚੱਲਣ। ਬਿਲਕੁਲ ਤੁਸੀਂ ਸਹੀ ਕਿਹਾ ਪਰਮਿੰਦਰ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਮੁੱਖ ਖਬਰਾਂ ਦੇ ਵਿਚਾਰ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਗੁਰਜਿੰਦਰ ਜੀ, ਸ਼ੁਕਰੀਆ। ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਰਾਏਪੁਰ। ਅੱਜ ਦੇ ਮੁੱਖ ਖਬਰਾਂ ਤੁਹਾਡੇ ਨਾਲ ਵਿਚਾਰ ਚਰਚਾ ਕੀਤੀ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਜ਼ਰੂਰ ਤੁਸੀਂ ਆਪਣਾ ਸੁਝਾਅ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਦੇ ਰੂਪ ਵਿੱਚ ਦੇ ਸਕਦੇ ਹੋ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਜ ਚੈਨਲ ਪੰਜਾਬੀ। ਧੰਨਵਾਦ।